ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਕੁਝ ਦਿਨ ਤੋਂ ਰਾਮਕਲੀ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 8 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ 9ਵੀਂ ਪੌੜੀ ਦੀ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 950 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਸੱਚਾ ਨਾਮ ਧਿਆਏ ਤੂੰ ਸਭੋ ਵਰਤੈ ਸੱਚ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ। ਸਭੋ ਦਾ ਮਤਲਬ ਸਭ ਥਾਵਾਂ ਤੇ, ਸੱਚ ਦਾ ਮਤਲਬ ਸੱਚ ਜਿਹਦੇ ਵਿੱਚ ਕੋਈ ਊਨਤਾ ਹੀ ਨਹੀਂ। ਸੱਚਾ ਨਾਮ ਦਾ ਮਤਲਬ ਜੋ ਸੱਚਾ ਹੁਕਮ ਹੈ, ਨਾਮ ਦਾ ਮਤਲਬ ਹੁਕਮ। ਗੁਰੂ ਪਾਤਸ਼ਾਹ ਜੀ ਸਮਝਾ ਰਹੇ ਹਨ ਕਿ ਜੋ ਸਦਾ ਥਿਰ ਪ੍ਰਭੂ ਦਾ ਸਦਾ ਥਿਰ ਹੁਕਮ ਹੈ, ਉਹਨੂੰ ਧਿਆ ਦਾ ਮਤਲਬ ਧਿਆਨ ਦੇ ਅੰਦਰ ਰੱਖ, ਉਹਨੂੰ ਯਾਦ ਰੱਖ, ਰੱਬੀ ਹੁਕਮ ਦੇ ਅੰਦਰ ਤੁਰ। ਸਭੋ ਵਰਤੈ ਸੱਚ ਦਾ ਮਤਲਬ ਜਿਹੜਾ ਉਹ ਸੱਚਾ ਹੁਕਮ ਸਭ ਥਾਵਾਂ ਤੇ ਵਰਤ ਰਿਹਾ ਹੈ। ਜੋ ਪ੍ਰਭੂ ਦਾ ਸੱਚਾ ਹੁਕਮ ਸਭ ਥਾਵਾਂ ਤੇ ਵਰਤ ਰਿਹਾ ਹੈ, ਜਿਸ ਦੇ ਅੰਦਰ ਸਾਰੀ ਸ੍ਰਿਸ਼ਟੀ ਕਾਇਨਾਤ ਚੱਲ ਰਹੀ ਹੈ, ਉਹਨੂੰ ਧਿਆਨ ਵਿੱਚ ਰੱਖ, ਉਹਨੂੰ ਯਾਦ ਰੱਖ, ਉਸ ਰਜ਼ਾ ਭਾਣੇ ਦੇ ਅੰਦਰ ਜੀ ਜੋ ਹੁਕਮ ਸਭ ਥਾਵਾਂ ਤੇ ਵਰਤ ਰਿਹਾ ਹੈ। ਅਗਲੀ ਪੰਕਤੀ ਵਿੱਚ ਇਸ ਨਾਮ ਨੂੰ ਹੁਣ ਸਪਸ਼ਟ ਕਰ ਰਹੇ ਨੇ। ਪਹਿਲੀ ਪੰਕਤੀ ਵਿੱਚ ਸੱਚਾ ਨਾਮ ਕਿਹਾ ਹੈ ਤੇ ਅਗਲੀ ਪੰਕਤੀ ਵਿੱਚ ਗੁਰੂ ਜੀ ਸਪਸ਼ਟ ਕਰ ਰਹੇ ਨੇ, ਨਾਨਕ ਹੁਕਮੈ ਜੋ ਬੁਝੈ ਸੋ ਫਲ ਪਾਏ ਸੱਚ। ਜੋ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਸਮਝ ਲੈਂਦਾ ਹੈ, ਜੋ ਰਜ਼ਾ ਦੇ ਵਿੱਚ ਤੁਰਦਾ ਹੈ, ਸੋ ਫਲ ਪਾਏ ਸੱਚ ਦਾ ਮਤਲਬ ਉਹ ਸੱਚਾ ਫਲ ਪ੍ਰਾਪਤ ਕਰ ਲੈਂਦਾ ਹੈ, ਉਹਨੂੰ ਸੱਚ ਮਿਲ ਜਾਂਦਾ ਹੈ, ਉਹਨੂੰ ਜ਼ਿੰਦਗੀ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਔਰ ਸੱਚ ਰਾਹੀਂ ਜਿਹੜਾ ਸੁਖ ਔਰ ਆਨੰਦ ਮਿਲਣਾ ਹੁੰਦਾ ਹੈ, ਉਹ ਸੁਖ ਔਰ ਆਨੰਦ ਨੂੰ ਪਾ ਲੈਂਦਾ ਹੈ, ਯਾਨੀ ਸदैवी ਸੁਖ ਪਾ ਲੈਂਦਾ ਹੈ। ਨਾਨਕ ਹੁਕਮੈ ਜੋ ਬੁਝੈ, ਜੋ ਪ੍ਰਭੂ ਦੇ ਹੁਕਮ ਨੂੰ ਬੁੱਝ ਲੈਂਦਾ ਹੈ, ਜਾਣ ਲੈਂਦਾ ਹੈ, ਸਮਝ ਲੈਂਦਾ ਹੈ, ਜੋ ਰੱਬੀ ਹੁਕਮ ਦੇ ਵਿੱਚ ਤੁਰਦਾ ਹੈ, ਸੋ ਫਲ ਪਾਏ ਸੱਚ ਦਾ ਮਤਲਬ ਉਹ ਸदैवी ਸੁਖ ਹਾਸਲ ਕਰ ਲੈਂਦਾ ਹੈ, ਉਹਨੂੰ ਜੀਵਨ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ ਔਰ ਉਹ ਸदैवी ਆਤਮਿਕ ਆਨੰਦ ਮਾਣਦਾ ਹੈ। ਕਥਨੀ ਬਦਨੀ ਕਰਤਾ ਫਿਰੈ, ਹੁਕਮ ਨਾ ਬੂਝੈ ਸੱਚ। ਕਥਨੀ ਬਦਨੀ ਦਾ ਮਤਲਬ ਹੁੰਦਾ ਹੈ ਨਿਰੀਆਂ ਮੂੰਹ ਦੀਆਂ ਗੱਲਾਂ। ਕਥਨੀ ਦਾ ਮਤਲਬ ਬੋਲਣਾ, ਬਦਨੀ ਦਾ ਮਤਲਬ ਮੂੰਹ ਨਾਲ। ਕਥਨੀ ਬਦਨੀ ਦਾ ਭਾਵ ਨਿਰੀਆਂ ਮੂੰਹ ਦੀਆਂ ਗੱਲਾਂ। ਕਰਤਾ ਫਿਰੇ ਦਾ ਮਤਲਬ ਕਰਦਾ ਫਿਰਦਾ ਹੈ, ਨਿਰੀਆਂ ਮੂੰਹ ਦੀਆਂ ਗੱਲਾਂ ਕਰਦਾ ਫਿਰਦਾ ਜ਼ਬਾਨ ਨਾਲ। ਹੁਕਮ ਨਾ ਬੂਝੈ ਸੱਚ, ਪਰ ਸੱਚੇ ਹੁਕਮ ਨੂੰ ਨਹੀਂ ਬੁੱਝਦਾ, ਸੱਚੇ ਹੁਕਮ ਨੂੰ ਜਾਣਦਾ ਨਹੀਂ, ਹੁਕਮ ਦੇ ਅੰਦਰ ਤੁਰਦਾ ਨਹੀਂ। ਗੁਰੂ ਜੀ ਬਚਨ ਕਰਦੇ ਨੇ ਕਿ ਜੋ ਮਨੁੱਖ ਨਿਰੀਆਂ ਜ਼ਬਾਨੀ ਗੱਲਾਂ ਕਰਦਾ ਹੈ, ਲੇਕਿਨ ਜੋ ਪ੍ਰਭੂ ਦਾ ਅਟਲ ਹੁਕਮ ਹੈ, ਜੋ ਸदैवी ਨਿਯਮ ਨੇ, ਨਿਯਮਾਵਲੀ, ਉਹਨੂੰ ਨਹੀਂ ਸਮਝਦਾ, ਹੁਕਮ ਦੇ ਵਿੱਚ ਤੁਰਦਾ ਨਹੀਂ, ਫੋਲੋ ਨਹੀਂ ਕਰਦਾ, ਤਾਂ ਐਸੇ ਇਨਸਾਨ ਨੂੰ ਕਦੇ ਵੀ ਸੁਖ ਔਰ ਸ਼ਾਂਤੀ ਨਸੀਬ ਨਹੀਂ ਹੁੰਦੀ। ਜਿਹੜਾ ਸਿਰਫ ਜ਼ਬਾਨ ਦੀਆਂ ਗੱਲਾਂ ਕਰੀ ਜਾਂਦਾ ਹੈ, ਜਿਵੇਂ ਕਿ ਆਮ ਇਨਸਾਨ ਨੇ, ਉਹ ਗੱਲਾਂ ਤਾਂ ਕਰ ਰਹੇ ਨੇ ਲੇਕਿਨ ਉਹਦੇ ਤੇ ਅਮਲ ਨਹੀਂ ਕਰ ਰਹੇ। ਆਮ ਇਨਸਾਨ ਕਹਿ ਰਿਹਾ ਹੈ ਕਿ ਸੱਚ ਬੋਲਣਾ ਚਾਹੀਦਾ ਹੈ ਭਾਈ, ਸੱਚ ਬੋਲਣਾ ਚਾਹੀਦਾ ਹੈ, ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ, ਚੰਗੀ ਜ਼ਿੰਦਗੀ ਜੀਣੀ ਚਾਹੀਦੀ ਹੈ। ਇਹ ਗੱਲਾਂ ਤਾਂ ਆਮ ਜਨਤਾ ਕਰ ਰਹੀ ਹੈ, ਲੇਕਿਨ ਇਹਨਾਂ ਦੇ ਉੱਤੇ ਅਮਲ ਕਰਨ ਵਾਲੇ ਬਹੁਤ ਘੱਟ ਨੇ। ਤਾਂ ਗੁਰੂ ਜੀ ਕਹਿੰਦੇ ਨੇ ਜੋ ਨਿਰੀਆਂ ਗੱਲਾਂ ਕਰਦਾ ਹੈ, ਉਹਨੂੰ ਕਦੇ ਵੀ ਸदैवी ਸੁਖ, ਸ਼ਾਂਤੀ, ਆਨੰਦ, ਖੇੜਾ, ਪ੍ਰਸੰਨਤਾ ਨਹੀਂ ਮਿਲਦੀ। ਨਾਨਕ ਹਰ ਕਾ ਭਾਣਾ ਮੰਨੇ, ਸੋ ਭਗਤ ਹੋਏ, ਵਿਣ ਮੰਨੇ ਕੱਚ ਨਿਕੱਚ। ਹੁਣ ਇੱਕ ਗੱਲ ਨੋਟ ਕਰੋ ਕਿ ਸਭ ਤੋਂ ਪਹਿਲਾਂ ਕਿਹਾ ਸੀ ਸੱਚ, ਫਿਰ ਕਿਹਾ ਸੀ ਹੁਕਮ, ਤੇ ਹੁਣ ਤੀਜੀ ਪੰਕਤੀ ਵਿੱਚ ਕਹਿ ਰਹੇ ਨੇ ਭਾਣਾ। ਯਾਨੀ ਸੱਚ, ਹੁਕਮ ਨਾ, ਪਹਿਲੀ ਪੰਕਤੀ ਵਿੱਚ ਕਿਹਾ ਸੀ ਨਾਮ, ਦੂਜੀ ਵਿੱਚ ਹੁਕਮ, ਤੀਜੀ ਵਿੱਚ ਭਾਣਾ ਕਹਿ ਰਹੇ ਨੇ। ਯਾਨੀ ਨਾਮ, ਭਾਣਾ ਔਰ ਹੁਕਮ ਇੱਕ ਹੀ ਚੀਜ਼ ਹੈ।
ਨਾਨਕ ਹਰ ਕਾ ਭਾਣਾ ਮੰਨੇ, ਸੋ ਭਗਤ ਹੋਏ ਵਿਣ ਮੰਨੇ ਕੱਚ ਨਿਕੱਚ। ਕੱਚ ਨਿਕੱਚ ਦਾ ਮਤਲਬ ਬਿਲਕੁਲ ਕੱਚਾ, ਬਿਲਕੁਲ ਵਿਅਰਥ ਜ਼ਿੰਦਗੀ ਵਾਲਾ, ਜਿਹਦਾ ਕੋਈ ਕੰਮ ਨਹੀਂ ਹੁੰਦਾ, ਕੂੜਾ ਕਰਕਟ ਜਿਹਨੂੰ ਅਸੀਂ ਕਹਿ ਦਿੰਦੇ ਆ। ਤਾਂ ਗੁਰੂ ਜੀ ਸਾਨੂੰ ਸਮਝਾ ਰਹੇ ਹਨ ਕਿ ਜੋ ਮਨੁੱਖ ਪ੍ਰਭੂ ਦਾ ਹੁਕਮ ਮੰਨਦਾ ਹੈ, ਹੁਕਮ ਰਜ਼ਾ ਦੇ ਵਿੱਚ ਤੁਰਦਾ ਹੈ, ਸੋ ਭਗਤ ਹੋਏ। ਅਸਲ ਰੱਬ ਦਾ ਭਗਤ ਉਹ ਹੁੰਦਾ ਹੈ। ਭਗਤ ਅਸੀਂ ਉਹਨੂੰ ਕਹਿ ਸਕਦੇ ਹਾਂ ਜੋ ਰੱਬੀ ਹੁਕਮ ਵਿੱਚ ਤੁਰਦਾ ਹੈ। ਭਗਤੀ ਦਾ ਮਤਲਬ ਹੀ ਰੱਬੀ ਹੁਕਮ ਦੇ ਵਿੱਚ ਤੁਰਨਾ ਹੈ। ਤਾਂ ਗੁਰੂ ਜੀ ਕਹਿੰਦੇ ਨੇ ਜੋ ਮਨੁੱਖ ਪ੍ਰਭੂ ਦਾ ਹੁਕਮ ਮੰਨਦਾ ਹੈ, ਹੁਕਮ ਵਿੱਚ ਤੁਰਦਾ ਹੈ, ਉਹ ਅਸਲੀ ਭਗਤ ਹੈ, ਅਸਲੀ ਰੱਬ ਦਾ ਪਿਆਰਾ ਹੈ। ਵਿਣ ਮੰਨੇ ਕੱਚ ਨਿਕੱਚ, ਬਿਨਾ ਹੁਕਮ ਮੰਨਣ ਤੋਂ, ਬਿਨਾ ਹੁਕਮ ਵਿੱਚ ਤੁਰਨ ਤੋਂ ਬੰਦਾ ਬਿਲਕੁਲ ਕੱਚਾ ਹੈ, ਉਹਦਾ ਜੀਵਨ ਵਿਅਰਥ ਹੈ, ਉਹਦੀ ਬੋਲ ਬਾਣੀ ਬਿਲਕੁਲ ਕੂੜੇ ਕਰਕਟ ਦੀ ਤਰ੍ਹਾਂ ਹੈ। ਉਸ ਮਨੁੱਖ ਦੇ ਜੀਵਨ ਦੀ ਕੋਈ ਵੈਲਿਊ ਨਹੀਂ ਹੈ ਜੋ ਮਨੁੱਖ ਰੱਬੀ ਰਜ਼ਾ ਦੇ ਅੰਦਰ ਨਹੀਂ ਤੁਰਦਾ। ਅਸਲੀ ਰੱਬ ਦਾ ਜੋ ਪਿਆਰਾ ਹੈ ਉਹੀ ਹੈ ਜੋ ਰੱਬੀ ਹੁਕਮ ਵਿੱਚ ਤੁਰਦਾ ਹੈ। ਮਹਿਲਾ ਤੀਜਾ, ਮਨਮੁਖ ਬੋਲ ਨਾ ਜਾਣਨੀ, ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ। ਮਨਮੁਖ ਦਾ ਮਤਲਬ ਜੋ ਆਪ ਖੁਦਰੇ ਨੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਆਪ ਖੁਦਰੇ ਮਨੁੱਖ। ਬੋਲ ਨਾ ਜਾਣਨੀ ਦਾ ਮਤਲਬ ਉਹ ਰੱਬ ਦੀ ਸਿਫਤ ਸਲਾਹ ਕਰਨੀ ਨਹੀਂ ਜਾਣਦੇ, ਉਹਨਾਂ ਦੀ ਜ਼ਬਾਨ ਦੇ ਉੱਤੇ ਸੱਚ ਨਹੀਂ, ਉਹ ਸੱਚ ਨਹੀਂ ਬੋਲਦੇ, ਮੌਕੇ ਦੇ ਉੱਤੇ ਸੱਚ ਨਹੀਂ ਬੋਲਣਗੇ। ਆਪ ਖੁਦਰੇ ਮਨੁੱਖ ਸੱਚ ਨੂੰ ਸੱਚ ਨਹੀਂ ਕਹਿੰਦੇ, ਝੂਠ ਨੂੰ ਝੂਠ ਨਹੀਂ ਕਹਿੰਦੇ, ਪ੍ਰਭੂ ਦੀ ਸਿਫਤ ਸਲਾਹ ਨਹੀਂ ਕਰਦੇ, ਰੱਬੀ ਰਜ਼ਾ ਦੀ ਗੱਲ ਨਹੀਂ ਕਰਦੇ, ਰੱਬੀ ਭਾਣੇ ਦੀ ਗੱਲ ਨਹੀਂ ਕਰਦੇ। ਉਹ ਬੋਲਣਾ ਹੀ ਨਹੀਂ ਜਾਣਦੇ, ਮਤਲਬ ਬੋਲਦੇ ਹੀ ਨਹੀਂ, ਸੱਚ ਦੇ ਨਾਲ ਜੁੜਦੇ ਹੀ ਨਹੀਂ। ਰੀਜਨ ਕੀ ਹੈ? ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ, ਕਿਉਂਕਿ ਉਹਨਾਂ ਦੇ ਅੰਦਰ ਦਾ ਮਤਲਬ ਸੋਚ ਵਿੱਚ, ਉਹਨਾਂ ਦੀ ਸੋਚ ਦੇ ਅੰਦਰ ਕਾਮ ਕ੍ਰੋਧ ਔਰ ਅਹੰਕਾਰ ਪ੍ਰਬਲ ਹੁੰਦੇ ਨੇ। ਉਹਨਾਂ ਦੇ ਅੰਦਰ ਕਾਮ ਕ੍ਰੋਧ ਔਰ ਅਹੰਕਾਰ ਨੇ ਜ਼ੋਰ ਪਾਇਆ ਹੁੰਦਾ ਹੈ। ਜਿੱਥੇ ਕਾਮ ਵਾਸਨਾ ਦਾ ਜ਼ੋਰ ਹੋਏਗਾ, ਉੱਚੇ ਆਚਰਣ ਦੀ ਗੱਲ ਕਰੇਗਾ ਹੀ ਨਹੀਂ, ਉੱਚਾ ਆਚਰਣ ਬਣਾਏਗਾ ਹੀ ਨਹੀਂ। ਬੇਸ਼ੱਕ ਜ਼ਬਾਨ ਦੇ ਨਾਲ ਉੱਚੇ ਆਚਰਣ ਦੀਆਂ ਉਹ ਗੱਲਾਂ ਕਰੀ ਵੀ ਜਾਵੇ, ਲੇਕਿਨ ਰਹੇਗਾ ਆਚਰਣਹੀਣ, ਕਿਉਂਕਿ ਸੋਚ ਵਿੱਚ ਆਚਰਣਹੀਣਤਾ ਹੈ। ਜਿਸ ਦੇ ਅੰਦਰ ਸੋਚ ਅੰਦਰ ਆਚਰਣਹੀਣਤਾ ਹੈ, ਕਾਮ ਵਾਸਨਾਵਾਂ ਭਰੀਆਂ ਪਈਆਂ ਨੇ, ਤਾਂ ਉਹ ਉੱਚੇ ਆਚਰਣ ਦੀ ਗੱਲ ਨਹੀਂ ਕਰੇਗਾ। ਹੁਣ ਜਿਸ ਮਨੁੱਖ ਦੀ ਸੋਚ ਦੇ ਅੰਦਰ ਕ੍ਰੋਧ ਹੈ, ਜਿਹਦੇ ਅੰਦਰ ਕ੍ਰੋਧ ਭਰਿਆ ਪਿਆ ਹੈ, ਜਿਸ ਦੇ ਅੰਦਰ ਕ੍ਰੋਧ ਪ੍ਰਬਲ ਹੈ, ਉਸ ਬੰਦੇ ਨੇ ਪਿਆਰ ਦੀ ਗੱਲ ਕਿੱਥੇ ਕਰਨੀ ਹੈ, ਨਿਮਰਤਾ ਦੀ ਗੱਲ ਕਿੱਥੇ ਕਰਨੀ ਹੈ? ਜੇ ਸੱਚ ਵੀ ਬੋਲੋਗੇ ਤਾਂ ਉਹ ਜਲਬਲ ਕੇ ਕੂੜਾ, ਉਹ ਜਲਬਲ ਕੇ ਰਾਖ ਹੋ ਜਾਏਗਾ, ਉਹਦੇ ਅੰਦਰ ਅੱਗ ਲੱਗ ਜਾਏਗੀ। ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ, ਸਾਚ ਕਹੇ ਤੇ ਛੋ ਆਵੇ। ਜੇ ਸੱਚ ਬੋਲੋਗੇ ਵੀ ਤਾਂ ਉਸ ਝੂਠੇ ਬੰਦੇ ਨੂੰ ਕ੍ਰੋਧ ਆਏਗਾ, ਕਿਉਂਕਿ ਉਹਦੇ ਅੰਦਰ ਕ੍ਰੋਧ ਭਰਿਆ ਪਿਆ ਹੈ। ਅਹੰਕਾਰ, ਜਿਨ੍ਹਾਂ ਦੇ ਸੋਚ ਦੇ ਅੰਦਰ ਈਗੋ ਹੈ, ਜਿਨ੍ਹਾਂ ਦੀ ਸੋਚ ਦੇ ਅੰਦਰ ਹੀ ਇਹ ਗੱਲ ਬਹਿ ਗਈ ਹੈ ਕਿ ਦੂਜੇ ਲੋਕ ਮੇਰੇ ਤੋਂ ਨੀਵੇਂ ਨੇ, ਮੈਂ ਹੀ ਸਭ ਤੋਂ ਉੱਚਾ ਹਾਂ, ਤਾਂ ਐਸਾ ਬੰਦਾ ਨਿਮਰਤਾ ਦੀ ਗੱਲ ਕਿੱਥੇ ਕਰੇਗਾ? ਐਸੇ ਬੰਦੇ ਦੀ ਜ਼ਬਾਨ ਦੇ ਵਿੱਚੋਂ ਕਿਸੇ ਦੀ ਸਿਫਤ ਕਿੱਥੇ ਨਿਕਲਣੀ ਹੈ? ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬੀ ਹੁਕਮ ਨਹੀਂ ਮੰਨਦੇ, ਜੋ ਆਪ ਖੁਦਰੇ ਨੇ, ਉਹ ਪ੍ਰਭੂ ਦੀ ਸਿਫਤ ਸਲਾਹ ਕਰਨੀ ਨਹੀਂ ਜਾਣਦੇ, ਕਿਉਂਕਿ ਉਹਨਾਂ ਦੇ ਅੰਦਰ ਕਾਮ ਕ੍ਰੋਧ ਔਰ ਕਾਮ ਕ੍ਰੋਧ ਔਰ ਅਹੰਕਾਰ ਨੇ ਜ਼ੋਰ ਪਾਇਆ ਹੁੰਦਾ ਹੈ, ਪ੍ਰਬਲ ਹੁੰਦੇ ਨੇ, ਉਹਨਾਂ ਦੀ ਸੋਚ ਵਿੱਚ ਵਸੇ ਹੁੰਦੇ ਨੇ। ਕੋਈ ਥਾਉ ਕੁਥਾਉ ਨਾ ਜਾਣਨੀ, ਉਨ ਅੰਤਰ ਲੋਭ ਵਿਕਾਰ। ਥਾਂ ਕੁਥਾਂ ਦਾ ਮਤਲਬ ਚੰਗਾ ਮੰਦਾ ਥਾਂ, ਉਨ ਅੰਤਰ ਦਾ ਮਤਲਬ ਉਹਨਾਂ ਦੇ ਅੰਦਰ। ਉਹ ਥਾਂ ਕੁਥਾਂ ਵੀ ਨਹੀਂ ਸਮਝਦੇ, ਨਾ ਹੀ ਸਮੇਂ ਸਿਰ ਢੁੱਕ ਦੀ ਗੱਲ ਕਰਨੀ ਜਾਣਦੇ ਨੇ, ਕਿਉਂਕਿ ਉਹਨਾਂ ਦੇ ਅੰਦਰ ਲੋਭ ਵਿਕਾਰ ਪ੍ਰਬਲ ਹੈ। ਲੋਭ ਰੂਪ ਵਿਕਾਰ ਉਹਨਾਂ ਦੇ ਅੰਦਰ ਪ੍ਰਬਲ ਹੈ, ਉਹਨਾਂ ਦੀ ਸੋਚ ਦੇ ਅੰਦਰ ਲੋਭ ਹੈ। ਤੇ ਲੋਭ ਕਿਹਨੂੰ ਕਹਿੰਦੇ ਨੇ? ਕਿਸੇ ਅਪ੍ਰਾਪਤ ਵਸਤੂ ਨੂੰ ਨਾਜਾਇਜ਼ ਢੰਗਾਂ ਦੇ ਨਾਲ ਪ੍ਰਾਪਤ ਕਰਨ ਦੀ ਬਿਰਤੀ ਨੂੰ ਲੋਭ ਕਿਹਾ ਜਾਂਦਾ ਹੈ। ਥਾਂ ਕੁਥਾਂ ਦਾ ਮਤਲਬ ਚੰਗਾ ਮੰਦਾ ਥਾਂ, ਉੱਚਾ ਨੀਵਾਂ ਥਾਂ ਜਿਹਨੂੰ ਅਸੀਂ ਕਹਿ ਦਿੰਦੇ ਆ, ਮਤਲਬ ਕਿ ਉਹ ਲਾਪਰਵਾਹ ਹੁੰਦੇ ਨੇ। ਹਰ ਸਮੇਂ ਹਰ ਥਾਂ ਤੇ ਉਹ ਚੰਗੀ ਗੱਲ ਨਹੀਂ ਕਰਨਗੇ,
ਹਰ ਥਾਂ ਤੇ ਹਰ ਸਮੇਂ ਉਹਨਾਂ ਦੇ ਅੰਦਰ ਲੋਭ ਦਾ ਵਿਕਾਰ ਪ੍ਰਬਲ ਹੋਏਗਾ। ਜੋ ਮਨਮੁਖ ਨੇ, ਜੋ ਰੱਬੀ ਰਜ਼ਾ ਨੂੰ ਨਹੀਂ ਮੰਨਦੇ, ਜੋ ਰੱਬੀ ਰਜ਼ਾ ਵਿੱਚ ਨਹੀਂ ਤੁਰਦੇ, ਜੋ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਨਹੀਂ ਜੀਂਦੇ, ਉਹ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ, ਉਹਨਾਂ ਮਾਰੇ ਜਮ ਜੰਦਾਰ। ਆਏ ਬਹਿ, ਇੱਥੇ ਬਿੰਦੀ ਲਾ ਕੇ ਪੜਾਂਗੇ ਕਿ ਆ ਬਹਿੰਦੇ ਨੇ। ਇਹ ਜੋ ਗਲਾ ਸ਼ਬਦ ਹੈ, ਇਹਨੂੰ ਗਲਾ ਨਹੀਂ ਪੜਨਾ, ਗੱਗੇ ਤੇ ਅੱਧਕ ਲਾ ਕੇ ਲੱਲੇ ਦੇ ਕੰਨੇ ਨਾਲ ਬਿੰਦੀ ਲਾ ਕੇ ਗੱਲਾਂ, ਕਿਉਂਕਿ ਗੱਲ ਸ਼ਬਦ ਤੋਂ ਬਹੁਵਚਨੀ ਬਣਿਆ ਹੈ। ਕਰਹੇ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੇ, ਉਹਨਾਂ ਮਾਰੇ ਜਮ ਜੰਦਾਰ। ਸਵਾਏ ਦਾ ਮਤਲਬ ਸਵਾਰਥ, ਬਹਿ ਦਾ ਮਤਲਬ ਬੈਠ ਕੇ, ਜੰਦਾਰ ਦਾ ਮਤਲਬ ਹੁੰਦਾ ਹੈ ਜੰਦਾਲ ਯਾਨੀ ਅਵੈੜਾ, ਵੈਸ਼ੀ, ਜ਼ਾਲਮ। ਜਮ ਦਾ ਮਤਲਬ ਜਮ। ਤਾਂ ਜੋ ਆਪ ਹੁਦਰੇ ਮਨੁੱਖ ਨੇ, ਰੱਬੀ ਰਜ਼ਾ ਤੋਂ ਜੋ ਸਖਣੇ ਨੇ, ਜਿਨ੍ਹਾਂ ਨੂੰ ਰੱਬੀ ਰਜ਼ਾ ਦੀ ਸੂਝ ਸਮਝ ਨਹੀਂ, ਜੋ ਰੱਬੀ ਰਜ਼ਾ ਦੀ ਕਦਰ ਨਹੀਂ ਜਾਣਦੇ, ਜੋ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜੀਂਦੇ, ਆਪ ਹੁਦਰੇ ਜੋ ਮਨਮੁਖ ਨੇ। ਆਏ ਬਹਿਣ ਦਾ ਮਤਲਬ ਜਿੱਥੇ ਵੀ ਆਣ ਕੇ ਬਹਿੰਦੇ ਨੇ, ਆਪਣੇ ਸਵਾਰਥ ਕਰਕੇ ਆ ਬਹਿੰਦੇ ਨੇ। ਆਪਣੇ ਸਵਾਏ ਦਾ ਮਤਲਬ ਆਪਣੇ ਸਵਾਰਥ ਕਰਕੇ, ਉਹ ਆਪਣੇ ਸਵਾਰਥ ਕਰਕੇ ਆ ਬਹਿੰਦੇ ਨੇ, ਸਵਾਰਥ ਦੀਆਂ ਗੱਲਾਂ ਕਰਦੇ ਨੇ। ਉਹਨਾਂ ਮਾਰੇ ਜਮ ਜੰਦਾਰ ਦਾ ਮਤਲਬ ਉਹਨਾਂ ਨੂੰ ਆਤਮਿਕ ਮੌਤ ਮਾਰਦੀ ਹੈ, ਦਵਾਈ ਰੱਖਦੀ ਹੈ, ਉਹਨਾਂ ਨੂੰ ਅਵੈੜਾ ਜਮ ਮਾਰਦਾ ਹੈ। ਭਾਵ ਕਿ ਉਹਨਾਂ ਦੇ ਸਿਰ ਤੇ ਆਤਮਿਕ ਮੌਤ ਦਾ ਸਿਕੰਜਾ ਹਮੇਸ਼ਾ ਕੱਸਿਆ ਰਹਿੰਦਾ ਹੈ, ਉਹ ਹਮੇਸ਼ਾ ਆਤਮਿਕ ਮੌਤ ਤੇ ਮਰੇ ਰਹਿੰਦੇ ਨੇ। ਮਤਲਬ ਉਹਨਾਂ ਦੇ ਅੰਦਰੋਂ ਇਨਸਾਨੀਅਤ ਹਮੇਸ਼ਾ ਮਰੀ ਰਹਿੰਦੀ ਹੈ, ਉਹਨਾਂ ਦੀ ਜ਼ਮੀਰ ਮਰ ਜਾਂਦੀ ਹੈ, ਉਹਨਾਂ ਦੇ ਅੰਦਰੋਂ ਇਨਸਾਨੀਅਤ ਮਰ ਜਾਂਦੀ ਹੈ, ਕਿਉਂਕਿ ਉਹ ਹਮੇਸ਼ਾ ਸਵਾਰਥੀ ਗੱਲਾਂ ਕਰ ਰਹੇ ਨੇ, ਸਵਾਰਥ ਕਰਕੇ ਬਹਿ ਰਹੇ ਨੇ। ਉਹਨਾਂ ਦੇ ਅੰਦਰ ਕਾਮ, ਕ੍ਰੋਧ ਔਰ ਲੋਭ ਆਦਿਕ ਨੇ ਪ੍ਰਭਾਵ ਪਾਇਆ ਹੁੰਦਾ ਹੈ। ਜੇ ਕਿਤੇ ਉਹ ਸਤਸੰਗ ਵਿੱਚ ਵੀ ਆ ਬਹਿਣਗੇ, ਚੰਗੇ ਬੰਦਿਆਂ ਵਿੱਚ ਵੀ ਆ ਬਹਿਣਗੇ, ਉੱਥੇ ਵੀ ਆਪਣੇ ਸਵਾਰਥ ਦੀਆਂ ਗੱਲਾਂ ਕਰਨਗੇ, ਸਵਾਰਥ ਤੋਂ ਉੱਤੇ ਨਹੀਂ ਕਰਨਗੇ। ਤੇ ਜੋ ਸਵਾਰਥੀ ਮਨੁੱਖ ਨੇ, ਉਹ ਆਤਮਿਕ ਮੌਤੇ ਮਰ ਜਾਂਦੇ ਨੇ। ਅੱਗੇ ਦਰਗਾਹ ਲੇਖੈ ਮੰਗੈ, ਮਾਰ ਖੁਆਰ ਕੀਚਹਿ ਕੂੜਿਆਰ। ਲੇਖੈ ਮੰਗੈ, ਲੇਖੈ ਮੰਗੈ ਦਾ ਮਤਲਬ ਲੇਖਾ ਮੰਗਿਆ ਜਾਣ ਤੇ, ਜਦੋਂ ਲੇਖਾ ਮੰਗਿਆ ਜਾਏ। ਅੱਗੇ ਦਾ ਮਤਲਬ ਆਉਣ ਵਾਲੇ ਸਮੇਂ ਵਿੱਚ, ਫਿਊਚਰ ਦੇ ਅੰਦਰ। ਤੇ ਦਰਗਾਹ ਕਹਿੰਦੇ ਨੇ ਉਹ ਸੋਚ ਜਿੱਥੇ ਸੱਚ ਦੇ ਆਧਾਰ ਤੇ ਫੈਸਲੇ ਕੀਤੇ ਜਾਂਦੇ ਨੇ, ਜਿੱਥੇ ਯੂਨੀਵਰਸਲ ਟਰੁੱਥ ਦੇ ਉੱਤੇ ਜੀਵਨ ਨੂੰ ਪਰਖਿਆ ਜਾਂਦਾ ਹੈ। ਮਾਰ ਦਾ ਮਤਲਬ ਮਾਰ ਕੇ, ਖੁਆਰ ਦਾ ਮਤਲਬ ਖੱਜਲ ਖੁਆਰ ਕਰਨਾ, ਕੂੜਿਆਰ ਦਾ ਮਤਲਬ ਜੋ ਕੂੜ ਦੇ ਵਪਾਰੀ ਨੇ। ਤਾਂ ਗੁਰੂ ਜੀ ਕਹਿੰਦੇ ਨੇ ਇਸ ਸਮੇਂ, ਜਿਸ ਸਮੇਂ ਉਹ ਪਾਪ ਅਪਰਾਧ ਕਮਾ ਰਹੇ ਨੇ, ਉਦੋਂ ਹੀ ਉਹ ਆਤਮਿਕ ਮੌਤੇ ਮਰੇ ਹੋਏ ਨੇ। ਤੇ ਅੱਗੇ ਦਾ ਮਤਲਬ ਫਿਊਚਰ ਦੇ ਅੰਦਰ ਵੀ, ਆਉਣ ਵਾਲੇ ਸਮੇਂ ਵਿੱਚ ਵੀ, ਜਦੋਂ ਲੇਖਾ ਮੰਗਿਆ ਜਾਏਗਾ, ਯਾਨੀ ਜੀਵਨ ਦੀ ਪਰਖ ਜਿੱਥੇ ਕੀਤੀ ਜਾਂਦੀ ਹੈ, ਤਾਂ ਉੱਥੇ ਵੀ ਜਿਹੜੇ ਕੂੜਿਆਰ ਨੇ, ਕੂੜ ਦੇ ਵਪਾਰੀਆਂ ਨੂੰ ਮਾਰ ਕੇ ਖੁਆਰ ਕੀਤਾ ਜਾਂਦਾ ਹੈ। ਭਾਵ ਉਹਨਾਂ ਦੀ ਬੇਪੱਤੀ ਹੁੰਦੀ ਹੈ। ਆਉਣ ਵਾਲੇ ਸਮੇਂ ਦੇ ਅੰਦਰ ਵੀ, ਅੱਗੇ ਵੀ, ਫਿਊਚਰ ਵਿੱਚ ਵੀ ਉਹਨਾਂ ਨੂੰ ਵਿਕਾਰਾਂ ਦੀ ਮਾਰ ਪੈਂਦੀ ਹੈ, ਔਰ ਵਿਕਾਰਾਂ ਕਰਕੇ ਉਹ ਬੇਪੱਤ ਹੁੰਦੇ ਰਹਿੰਦੇ ਨੇ। ਜਿਹੜਾ ਵੀ ਬੰਦਾ ਵਿਕਾਰ ਕਮਾਏਗਾ, ਪਾਪ ਅਪਰਾਧ ਕਮਾਏਗਾ, ਸੱਚ ਨਾਲੋਂ ਟੁੱਟੇਗਾ, ਰੱਬੀ ਰਜ਼ਾ ਤੋਂ ਉਲਟ ਜ਼ਿੰਦਗੀ ਜੀਵੇਗਾ, ਇਨਸਾਨੀਅਤ ਨੂੰ ਆਪਣੇ ਅੰਦਰੋਂ ਖਤਮ ਕਰ ਲਵੇਗਾ, ਉਹ ਇਸ ਸਮੇਂ ਵੀ ਦੁਖੀ ਹੋਏਗਾ, ਬੇਇੱਜ਼ਤ ਹੋਏਗਾ। ਆਉਣ ਵਾਲੇ ਸਮੇਂ ਦੇ ਅੰਦਰ ਵੀ ਉਹ ਬੇਇੱਜ਼ਤ ਹੋਏਗਾ। ਤੇ ਜੇ ਪਿਛਲੇ ਸਮੇਂ ਨੂੰ ਅਸੀਂ ਇਤਿਹਾਸ ਨੂੰ ਵਾਚ ਕੇ ਵੇਖੀਏ, ਤਾਂ ਉਹਦੇ ਵਿੱਚ ਵੀ ਉਹ ਲੋਕ ਬੇਇੱਜ਼ਤ ਹੀ ਹੋਏ ਨੇ, ਜਿਨ੍ਹਾਂ ਨੇ ਰੱਬੀ ਰਜ਼ਾ ਨੂੰ ਫੋਲੋ ਨਹੀਂ ਕੀਤਾ, ਜਿਨ੍ਹਾਂ ਨੇ ਚੰਗੀ ਜ਼ਿੰਦਗੀ ਨਹੀਂ ਜੀਤੀ ਵੀ। ਤਾਂ ਆਉਣ ਵਾਲੇ ਸਮੇਂ ਦੇ ਅੰਦਰ ਵੀ ਲੇਖਾ ਮੰਗਣ ਤੇ, ਭਾਵ ਜੀਵਨ ਦੀ ਪਰਖ ਹੋਣ ਤੇ, ਉਹ ਕੂੜੇ ਹੀ ਨਿਕਲਦੇ ਨੇ, ਔਰ ਉਹ ਹਮੇਸ਼ਾ ਖੁਆਰੀ ਹੀ ਪ੍ਰਾਪਤ ਕਰਦੇ। ਇਹ ਕੂੜੇ ਕੀ ਮਲ ਕਿਉਂ ਉਤਰੈ, ਕੋਈ ਕੱਢੋ ਇਹ ਵਿਚਾਰ। ਕੂੜੇ ਕੀ ਦਾ ਮਤਲਬ ਝੂਠ ਦੀ, ਮਲ ਦਾ ਮਤਲਬ ਮੈਲ, ਕਿਉਂ ਉਤਰੈ ਦਾ ਮਤਲਬ ਕਿਵੇਂ ਲੈ ਸਕਦੀ। ਕੋਈ ਕੱਢੋ ਇਹ ਵਿਚਾਰ, ਕੋਈ ਦਾ ਮਤਲਬ ਕੋਈ ਵੀ, ਕੋਈ ਜਣਾ ਵੀ। ਕੱਢੋ ਇਹ ਵਿਚਾਰ ਦਾ ਮਤਲਬ ਵਿਚਾਰ ਕੱਢੋ, ਇਹ ਦੱਸੋ, ਲੱਭੋ, ਇਸ ਚੀਜ਼ ਨੂੰ ਦੱਸੋ, ਬੁੱਝੋ ਕਿ ਇਹ ਕੂੜ ਦੀ ਜਿਹੜੀ ਮੈਲ ਹੈ ਕਿਵੇਂ ਉਤਰ ਸਕਦੀ ਹੈ। ਕੋਈ ਮਨੁੱਖ ਇਹ ਵਿਚਾਰ ਦੱਸੋ
ਕਿ ਇਹ ਕੂੜ ਦੀ ਮੈਲ, ਇਹ ਝੂਠ ਦੀ ਮੈਲ, ਇਹ ਵਿਕਾਰਾਂ ਦੀ ਮੈਲ, ਆਪ ਹੁਦਰੇਪਨ ਦੀ ਜੋ ਮੈਲ ਹੈ, ਇਹ ਕਿਵੇਂ ਲੈ ਸਕਦੀ ਹੈ? ਇਹ ਸੋਚ ਨੂੰ ਕਿਵੇਂ ਬਦਲਿਆ ਜਾ ਸਕਦਾ ਹੈ? ਕੋਈ ਜਣਾ ਵਿਚਾਰ ਕਰਕੇ ਦੱਸੋ, ਕੋਈ ਜਣਾ ਵਿਚਾਰ ਕੱਢੋ, ਲੱਭੋ, ਸੋਚੋ। ਤਾਂ ਹੁਣ ਉੱਤਰ ਦੇ ਰਹੇ ਨੇ, ਅਗਲੀ ਪੰਕਤੀ ਵਿੱਚ ਉੱਤਰ ਦੇ ਰਹੇ ਨੇ। ਪਹਿਲੀ ਪੰਕਤੀ ਵਿੱਚ ਸਵਾਲ ਕਰਕੇ ਕਿ ਕੋਈ ਜਣਾ ਵਿਚਾਰ ਕਰਕੇ ਦੱਸੋ, ਕੋਈ ਲੱਭੋ ਕਿ ਇਹ ਕੂੜ ਦੀ ਮੈਲ, ਝੂਠ ਦੀ ਮੈਲ, ਵਿਕਾਰਾਂ ਦੀ ਮੈਲ, ਈਗੋ ਦੀ ਮੈਲ, ਮਨਮੁਖਤਾ ਦੀ ਜੋ ਮੈਲ ਹੈ, ਇਹ ਕਿਵੇਂ ਲੈ, ਇਹ ਸੋਚ ਕਿਵੇਂ ਖਤਮ ਹੋਵੇ, ਇਹ ਸੋਚ ਨੂੰ ਕਿਵੇਂ ਬਦਲਿਆ ਜਾਏ? ਤਾਂ ਹੁਣ ਉੱਤਰ ਦੇ ਰਹੇ ਨੇ, ਸਤਿਗੁਰ ਮਿਲੇ ਤਾਂ ਨਾਮ ਦਿੜਾਏ, ਸਭ ਕਿਲਵਿਕ ਕੱਟਣਹਾਰ। ਕਿਲਵਿਕ ਦਾ ਮਤਲਬ ਪਾਪ, ਕੱਟਣਹਾਰ ਦਾ ਮਤਲਬ ਕੱਟਣ ਦੇ ਜੋ ਸਮਰੱਥ ਹੈ, ਨਾਮ ਦਾ ਮਤਲਬ ਹੁਕਮ, ਦਿੜਾਏ ਦਾ ਮਤਲਬ ਦ੍ਰਿੜ ਕਰਾ ਦੇਵੇ, ਪੱਕਾ ਕਰਾ ਦੇਣਾ, ਪੱਕਾ ਵਿਸ਼ਵਾਸ ਦਿਵਾ ਦੇਣਾ। ਸਤਿਗੁਰੂ ਮਿਲੇ ਤਾਂ ਨਾਮ ਦਿੜਾਏ, ਜੇ ਸਤਿਗੁਰੂ ਮਿਲ ਪਏ ਤਾਂ ਸਤਿਗੁਰੂ ਸਾਡੇ ਅੰਦਰ ਨਾਮ ਪੱਕਾ ਕਰਦਾ ਹੈ, ਪ੍ਰਭੂ ਦਾ ਹੁਕਮ ਦ੍ਰਿੜ ਕਰਾ ਦਿੰਦਾ ਹੈ ਕਿ ਪ੍ਰਭੂ ਦੇ ਹੁਕਮ ਰਾਹੀਂ ਮੈਲ ਕੱਟੀ ਜਾ ਸਕਦੀ ਹੈ। ਹੁਕਮ ਦੇ ਅੰਦਰ ਜ਼ਿੰਦਗੀ ਜੀਣਾ ਹੀ ਅਸਲ ਜੀਵਨ ਹੈ। ਇਹ ਗੱਲ ਗੁਰੂ ਦ੍ਰਿੜ ਕਰਾ ਦਿੰਦਾ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਜੀ ਨੇ ਗੱਲ ਦ੍ਰਿੜ ਕਰਾਈ ਹੈ। ਲਿਖਿਆ ਨਾਲ ਦਾ ਮਤਲਬ ਜਦੋਂ ਤੋਂ ਇਹ ਕਾਇਨਾਤ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਇਹ ਨਿਯਮ ਚੱਲਿਆ ਆ ਰਿਹਾ ਹੈ ਕਿ ਹੁਕਮ ਰਜ਼ਾ ਦੇ ਅੰਦਰ ਚੱਲਣਾ ਹੀ ਸਚਿਆਰ ਹੋਣ ਦਾ ਇੱਕੋ ਇੱਕ ਸਾਧਨ ਹੈ। ਹੁਕਮ ਅੰਦਰ ਚੱਲ ਕੇ ਹੀ ਬੰਦਾ ਕਾਮਯਾਬ ਹੋ ਸਕਦਾ ਹੈ। ਜੀਵਨ ਦੇ ਕਿਸੇ ਵੀ ਪੱਖ ਵਿੱਚ ਕਾਮਯਾਬ ਹੋਣ ਵਾਸਤੇ ਕੁਝ ਰਿਕੁਆਇਰਮੈਂਟ ਹੁੰਦੀਆਂ ਨੇ, ਤੇ ਜਿਹੜਾ ਉਹ ਰਿਕੁਆਇਰਮੈਂਟ ਪੂਰੀਆਂ ਕਰੇਗਾ ਉਹੀ ਕਾਮਯਾਬ ਹੋਏਗਾ। ਰਿਕੁਆਇਰਮੈਂਟ ਪੂਰੀ ਕਰਨ ਦਾ ਨਾਮ ਹੀ ਹੁਕਮ ਹੈ, ਰਜ਼ਾ ਹੈ, ਭਾਣਾ ਹੈ। ਤਾਂ ਜਦੋਂ ਤੋਂ ਇਹ ਸੰਸਾਰ ਬਣਿਆ ਹੈ, ਉਦੋਂ ਤੋਂ ਹੀ ਇਹ ਨਿਯਮ ਚੱਲਿਆ ਆ ਰਿਹਾ ਹੈ। ਗੁਰੂ ਇਹ ਗੱਲ ਦ੍ਰਿੜ ਕਰਾ ਦਿੰਦਾ ਹੈ। ਗੁਰੂ ਮਨੁੱਖ ਨੂੰ ਹੁਕਮ, ਪ੍ਰਭੂ ਦੇ ਹੁਕਮ ਅੰਦਰ ਚੱਲਣਾ ਸਿਖਾਉਂਦਾ ਹੈ। ਸਭ ਕਿਲਵਿਕ ਕੱਟਣਹਾਰ, ਤੇ ਗੁਰੂ ਇਹ ਗੱਲ ਦ੍ਰਿੜ ਕਰਾ ਦਿੰਦਾ ਹੈ ਕਿ ਰੱਬੀ ਹੁਕਮ ਹੀ ਜਾਂ ਪ੍ਰਭੂ ਹੀ, ਪ੍ਰਭੂ ਦੇ ਗੁਣ ਹੀ ਸਾਰੇ ਪਾਪਾਂ ਨੂੰ ਕੱਟਣ ਵਾਲੇ ਨੇ। ਔਰ ਇਹ ਗੱਲ ਸਮਝ ਲੈਣੀ ਚਾਹੀਦੀ ਹੈ। ਦੇਖੋ, ਹੁਕਮ ਦੇ ਅੰਦਰ ਤੁਰਨਾ ਹੀ ਪਾਪਾਂ ਦੀ ਮੈਲ ਨੂੰ ਖਤਮ ਕਰਨ ਵਾਸਤੇ ਜ਼ਰੂਰੀ ਹੈ। ਮੰਨ ਲਓ ਅਸੀਂ ਝੂਠ ਬੋਲ ਰਹੇ ਹਾਂ, ਤੇ ਝੂਠ ਦੀ ਮੈਲ ਨੂੰ ਉਤਾਰਨ ਵਾਸਤੇ ਹੁਣ ਕੀ ਜ਼ਰੂਰਤ ਹੈ? ਸਾਨੂੰ ਸੱਚ ਬੋਲਣ ਦੀ। ਨਿਯਮ ਹੈ ਨਾ, ਸੱਚ ਬੋਲਾਂਗੇ ਤਾਂ ਝੂਠ ਆਪੇ ਖਤਮ ਹੋ ਜਾਏਗਾ। ਸਾਡੇ ਅੰਦਰ ਜੈਲਸੀ ਦੀ ਮੈਲ ਹੈ। ਮੈਂ ਮੰਨ ਲਓ ਤੁਹਾਡੇ ਨਾਲ ਜੈਲਸੀ ਕਰ ਰਿਹਾ, ਈਰਖਾ ਕਰ ਰਿਹਾ, ਤਾਂ ਇਸ ਈਰਖਾ ਨੂੰ ਖਤਮ ਕਰਨ ਦਾ ਕੀ ਸਾਧਨ ਹੈ? ਇੱਕ ਹੀ ਸਾਧਨ ਹੈ ਕਿ ਮੈਂ ਪ੍ਰੇਮ ਕਰਨਾ ਸ਼ੁਰੂ ਕਰਾਂ, ਆਪਣੀ ਜ਼ਿੰਦਗੀ ਵਿੱਚ ਪ੍ਰੇਮ ਪ੍ਰਗਟ ਕਰ ਲਵਾਂ, ਈਰਖਾ ਆਪੇ ਮਿਟ ਜਾਏਗੀ। ਮੇਰੇ ਅੰਦਰ ਈਗੋ ਦੀ ਮੈਲ ਹੈ, ਮੈਂ ਆਪਣੇ ਆਪ ਨੂੰ ਸਭ ਤੋਂ ਉੱਚਾ ਸਮਝਦਾ ਹਾਂ, ਤਾਂ ਇਹਦੇ ਵਾਸਤੇ ਹੁਣ ਈਗੋ ਦੀ ਮੈਲ ਨੂੰ ਦੂਰ ਕਰਨ ਲਈ ਕਿਸ ਚੀਜ਼ ਦੀ ਲੋੜ ਹੈ? ਨਿਯਮ ਹੈ ਨਾ ਕਿ ਜੇ ਮੈਂ ਨਿਮਰਤਾ ਧਾਰਨ ਕਰ ਲਵਾਂ ਤਾਂ ਈਗੋ ਆਟੋਮੈਟਿਕਲੀ ਖਤਮ ਹੋ ਜਾਏਗੀ। ਗੁਰੂ ਇਹ ਗੱਲ ਨਿਸ਼ਚਿਤ ਕਰਾ ਦਿੰਦਾ ਹੈ, ਪੱਕੀ ਦ੍ਰਿੜ ਕਰਾ ਦਿੰਦਾ ਹੈ, ਵਿਸ਼ਵਾਸ ਦਿਵਾ ਦਿੰਦਾ ਹੈ ਕਿ ਹੁਕਮ ਦੇ ਅੰਦਰ ਚੱਲਣਾ ਹੀ ਜੀਵਨ ਦਾ ਅਸਲ ਮਕਸਦ ਹੈ। ਔਰ ਹੁਕਮ ਦੇ ਅੰਦਰ ਚੱਲਣ ਦੇ ਨਾਲ ਹੀ ਇਹ ਵਿਕਾਰਾਂ ਦੀ ਜੋ ਮੈਲ ਹੈ ਉਹ ਕੱਟੀ ਜਾ ਸਕਦੀ ਹੈ। ਹੋਰ ਕੋਈ ਸਾਧਨ ਨਹੀਂ ਹੈ ਹੁਕਮ ਵਿੱਚ ਤੁਰਨਾ, ਰਜ਼ਾ ਵਿੱਚ ਤੁਰਨਾ। ਹੁਣ ਜੇ ਅਸੀਂ ਹੋਰ ਸੌਖੇ ਢੰਗ ਨਾਲ ਸਮਝਣਾ ਹੋਵੇ, ਸ਼ਬਦਾਵਲੀ ਨੂੰ ਆਪਾਂ ਹੋਰ ਸੌਖਿਆਂ ਕਰ ਲਈਏ, ਤਾਂ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਦਿੱਤਾ ਹੋਇਆ ਵੇ ਆਫ ਲਾਈਫ ਹੈ, ਗੁਰੂ ਦਾ ਜੋ ਹੁਕਮ ਹੈ, ਇਸ ਹੁਕਮ ਨੂੰ ਮੰਨ ਲਓ। ਇਸ ਹੁਕਮ ਨੂੰ ਜੋ ਵੀ ਫੋਲੋ ਕਰੇਗਾ, ਇਸ ਵੇ ਆਫ ਲਾਈਫ ਨੂੰ ਜੋ ਵੀ ਅਪਣਾ ਲੇਗਾ, ਉਹਦੀ ਜ਼ਿੰਦਗੀ ਚੋਂ ਪਾਪਾਂ ਦੀ ਮੈਲ ਖਤਮ ਹੋ ਜਾਏਗੀ। ਉਹਦੇ ਲੜਾਈ ਝਗੜੇ ਕਲੇਸ਼ ਖਤਮ ਹੋ ਜਾਣਗੇ, ਉਹਦੇ ਦੁੱਖ ਖਤਮ ਹੋ ਜਾਣਗੇ, ਉਹਦੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ। ਨਾਮ ਜਪੇ ਨਾਮੋ ਆਰਾਧੇ, ਤਿਸ ਜਨ ਕੋ ਕਰੋ ਸਭ ਨਮਸਕਾਰ। ਜਪ ਦਾ ਮਤਲਬ ਕੀ ਹੁੰਦਾ ਹੈ ਜੀ? ਤੁਸੀਂ ਬੋਲੋਗੇ ਤੇ ਮੈਨੂੰ ਸਮਝ ਆ ਜਾਏਗੀ। ਅਨਮਿਊਟ ਰਹਿ ਕੇ ਹੀ, ਮਿਊਟ ਰਹਿ ਕੇ ਹੀ ਬੋਲਣਾ ਹੈ। ਜਪ ਦਾ ਮਤਲਬ ਜਾਣਨਾ, ਜਪ ਦਾ ਮਤਲਬ ਜਾਣਨਾ, ਸਾਂਝ ਪਾਣੀ। ਨਾਮ ਜਪੇ, ਨਾਮ ਦਾ ਮਤਲਬ ਹੁਕਮ, ਜਪੇ ਦਾ ਮਤਲਬ ਜਾਣੇ, ਸਾਂਝ ਪਾਏ।
ਨਾਮੋ ਆਰਾਧੇ, ਨਾਮ ਦਾ ਮਤਲਬ ਹੁਕਮ, ਆਰਾਧੇ ਦਾ ਮਤਲਬ ਆਰਾਧੇ, ਆਪਣੀ ਯਾਦ ਦੇ ਅੰਦਰ ਟਿਕਾਏ। ਤਿਸ ਜਨ ਕੋ ਕਰੋ ਸਭ ਨਮਸਕਾਰ, ਉਸ ਮਨੁੱਖ ਨੂੰ ਸਾਰੇ ਨਮਸਕਾਰ ਕਰੋ, ਉਹਦਾ ਆਦਰ ਕਰੋ, ਸਤਿਕਾਰ ਕਰੋ। ਉਹ ਸਤਿਕਾਰਯੋਗ ਹੈ ਜਿਹੜਾ ਮਨੁੱਖ ਪ੍ਰਭੂ ਦੇ ਹੁਕਮ ਦੇ ਨਾਲ ਸਾਂਝ ਪਾਉਂਦਾ ਹੈ, ਮਤਲਬ ਹੁਕਮ ਵਿੱਚ ਤੁਰਦਾ ਹੈ, ਜੋ ਹੁਕਮ ਨੂੰ ਹਮੇਸ਼ਾ ਆਪਣੀ ਯਾਦ ਵਿੱਚ ਟਿਕਾਈ ਰੱਖਦਾ ਹੈ, ਉਸ ਮਨੁੱਖ ਨੂੰ ਸਾਰੇ ਹੀ ਨਮਸਕਾਰ ਕਰੋ, ਭਾਵ ਕਿ ਸਾਰੇ ਹੀ ਉਹਦਾ ਆਦਰ ਔਰ ਸਤਿਕਾਰ ਕਰੋ। ਯਾਨੀ ਉਹ ਮਨੁੱਖ ਸਤਿਕਾਰਤ ਹੈ, ਉਹ ਮਨੁੱਖ ਆਦਰਯੋਗ ਹੈ, ਜੋ ਰੱਬੀ ਰਜ਼ਾ ਔਰ ਭਾਣੇ ਦੇ ਅੰਦਰ ਚੱਲ ਰਿਹਾ ਹੈ, ਜੋ ਰੱਬੀ ਗੁਣਾਂ ਦਾ ਧਾਰਨੀ ਹੈ, ਜੋ ਰੱਬੀ ਸਿਫਤ ਸਲਾਹ ਕਰ ਰਿਹਾ ਹੈ। ਮਲ ਕੂੜੀ ਨਾਮ ਉਤਾਰੀਆਂ, ਜਪ ਨਾਮ ਹੁਆ ਸਚਿਆਰ। ਮਲ ਦਾ ਮਤਲਬ ਮੈਲ, ਕੂੜੀ ਦਾ ਮਤਲਬ ਝੂਠੀ, ਝੂਠੀ ਜਿਹੜੀ ਮੈਲ ਸੀ ਅੰਦਰ। ਨਾਮ ਦਾ ਮਤਲਬ ਨਾਮ ਰਾਹੀਂ, ਕਿਉਂਕਿ ਮੰਮੇ ਨਾਲ ਸਿਹਾਰੀ ਹੈ, ਨਾਮ ਰਾਹੀਂ। ਨਾਮ ਦਾ ਮਤਲਬ ਹੁਕਮ, ਉਤਾਰੀਆਂ ਦਾ ਮਤਲਬ ਉਤਾਰ ਲਈ। ਜਪ ਦਾ ਮਤਲਬ ਕੀ ਹੁੰਦਾ ਹੈ ਜੀ? ਜਾਣਨਾ। ਨਾਮ ਦਾ ਮਤਲਬ ਹੁਕਮ, ਸਚਿਆਰ ਦਾ ਮਤਲਬ ਰੱਬ ਦਾ ਰੂਪ ਹੋ ਗਿਆ, ਸਚਿਆਰ ਹੋ ਗਿਆ। ਮਲ ਕੂੜੀ ਨਾਮ ਉਤਾਰੀਆਂ, ਨਾਮ ਦਾ ਮਤਲਬ ਹੁਕਮ ਰਾਹੀਂ ਉਸਨੇ ਆਪਣੇ ਅੰਦਰੋਂ ਝੂਠ ਦੀ ਮੈਲ ਨੂੰ ਉਤਾਰ ਦਿੱਤਾ ਹੈ, ਵਿਕਾਰਾਂ ਦੀ ਮੈਲ ਨੂੰ ਉਤਾਰ ਦਿੱਤਾ ਹੈ, ਅਹੰਕਾਰ ਦੀ ਮੈਲ ਨੂੰ ਉਤਾਰ ਦਿੱਤਾ ਹੈ। ਉਹਨੇ ਉਤਾਰ ਲਈ ਹੈ। ਕਿੰਨੇ? ਜਿਨਨੇ ਹੁਕਮ ਨੂੰ ਫੋਲੋ ਕੀਤਾ ਹੈ, ਜਿਹੜਾ ਹੁਕਮ ਰਜ਼ਾਈ ਵਿੱਚ ਚੱਲਿਆ ਹੈ। ਜੋ ਜੇ ਸੌਖੇ ਸ਼ਬਦਾਂ ਵਿੱਚ ਸਮਝੀਏ ਤਾਂ ਜੋ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ ਲਏਗਾ, ਉਹਦੀ ਜ਼ਿੰਦਗੀ ਚੋਂ ਝੂਠ ਫਰੇਬ ਵਿਕਾਰਾਂ ਦੀ ਮੈਲ ਉਤਰ ਜਾਏਗੀ। ਜੋ ਰੱਬੀ ਰਜ਼ਾ ਨੂੰ ਸਮਝੇਗਾ, ਜੋ ਰੱਬੀ ਭਾਣੇ ਨੂੰ ਸਮਝੇਗਾ, ਜੋ ਰੱਬੀ ਅਟਲ ਨਿਯਮ ਨੇ ਉਹਨਾਂ ਨੂੰ ਸਮਝ ਕੇ ਜ਼ਿੰਦਗੀ ਜੀਵੇਗਾ, ਤਾਂ ਉਹਨੇ ਆਪਣੇ ਅੰਦਰੋਂ ਕੂੜ ਦੀ ਮੈਲ ਉਤਾਰ ਲਈ ਹੈ। ਜਪ ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ ਕਰਕੇ ਉਹ ਇਨਸਾਨ ਸਚਿਆਰ ਹੋ ਗਿਆ ਹੈ, ਸੱਚ ਦਾ ਵਪਾਰੀ ਬਣ ਗਿਆ ਹੈ। ਤੇ ਸਚਿਆਰ ਕੌਣ ਹੈ? ਸਚਿਆਰ ਰੱਬ ਨੂੰ ਵੀ ਕਿਹਾ ਹੈ ਬਾਣੀ ਵਿੱਚ, ਤੂੰ ਕਰਤਾ ਸਚਿਆਰ ਮਹਿੰਦਾ ਸਾਈਂ। ਉਹ ਇਨਸਾਨ ਫਿਰ ਸੱਚ ਦਾ ਵਪਾਰੀ ਬਣ ਜਾਂਦਾ ਹੈ, ਸੱਚ ਦਾ ਰੂਪ ਹੋ ਜਾਂਦਾ ਹੈ, ਰੱਬ ਦਾ ਰੂਪ ਹੋ ਜਾਂਦਾ ਹੈ। ਕੌਣ? ਜੋ ਰੱਬੀ ਰਜ਼ਾ ਵਿੱਚ ਤੁਰਦਾ ਹੈ ਔਰ ਰੱਬੀ ਸਿਫਤ ਸਲਾਹ ਕਰਦਾ ਹੈ, ਰੱਬੀ ਗੁਣਾਂ ਦਾ ਜੋ ਧਾਰਨੀ ਹੁੰਦਾ ਹੈ, ਉਹ ਸਚਿਆਰ ਹੋ ਜਾਂਦਾ ਹੈ, ਉਹ ਸੱਚ ਦਾ ਵਪਾਰੀ ਹੋ ਜਾਂਦਾ ਹੈ, ਉਹ ਰੱਬ ਦਾ ਰੂਪ ਹੋ ਜਾਂਦਾ ਹੈ। ਜਨ ਨਾਨਕ ਜਿਸ ਦੇ ਇਹ ਚਲਤ ਹੈ, ਸੋ ਜੀਵੋ ਦੇਵਨਹਾਰ। ਹੈ ਦਾ ਮਤਲਬ ਹੈ ਨੇ, ਜੀਵੋ ਦਾ ਮਤਲਬ ਜਿਉਂਦਾ ਹੈ, ਯਾਨੀ ਹਰ ਵਕਤ ਕਾਇਮ ਹੈ। ਦੇਵਨਹਾਰ ਦਾ ਮਤਲਬ ਦਾਤਾਂ ਦੇਣ ਵਾਲਾ। हे ਨਾਨਕ ਆਖ ਕਿ ਜਿਸ ਪ੍ਰਭੂ ਦੇ ਇਹ ਚਰਿੱਤਰ ਨੇ, ਇਹ ਬਰਕਤਾਂ ਨੇ, ਉਹ ਹਮੇਸ਼ਾ ਹੀ ਕਾਇਮ ਹੈ। ਜੀਵੋ ਦਾ ਮਤਲਬ ਜੀ ਰਿਹਾ ਹੈ, ਕਾਇਮ ਹੈ। ਦੇਵਨਹਾਰ ਦਾ ਮਤਲਬ ਦਾਤਾਂ ਦੇਣ ਵਾਲਾ। ਜੋ ਅਨੰਤ ਦਾਤਾਂ ਦੇਣ ਵਾਲਾ ਹਮੇਸ਼ਾ ਕਾਇਮ ਹੈ, ਜਿਹਦੇ ਇਹ ਸਾਰੇ ਚਰਿੱਤਰ ਨੇ, ਇਹ ਸਾਰਾ ਸੰਸਾਰ ਜਿਸ ਦਾ ਖੇਲ ਹੈ, ਜਿਸ ਦੀ ਰਚਨਾ ਹੈ, ਜੋ ਆਪ ਸੰਸਾਰ ਵਿੱਚ ਵਿਆਪਕ, ਯਾਨੀ ਜਿਸ ਦਾ ਇਹ ਸਾਰਾ ਚਰਿੱਤਰ ਹੈ ਨਾ, ਇਹ ਖੇਲ ਹੈ, ਇਹ ਰਚਨਾ ਹੈ, ਉਹ ਹਮੇਸ਼ਾ ਜੀਵੋ ਦਾ ਮਤਲਬ ਕਾਇਮ ਹੈ ਔਰ ਦਾਤਾਂ ਦੇਣ ਵਾਲਾ ਹੈ, ਹਮੇਸ਼ਾ ਦੇ ਰਿਹਾ ਹੈ। ਸਾਡੇ ਅੰਦਰ ਉਹ ਗੁਣ ਪ੍ਰਗਟ ਕਰ ਰਿਹਾ ਹੈ, ਹਮੇਸ਼ਾ ਪ੍ਰਗਟ ਕਰ ਰਿਹਾ ਹੈ। ਹਮੇਸ਼ਾ ਸਾਡੇ ਅੰਦਰ ਗੁਣ ਨੇ। ਇਹ ਗੱਲ ਵੱਖਰੀ ਹੈ ਕਿ ਅਸੀਂ ਉਹਨਾਂ ਗੁਣਾਂ ਨੂੰ ਯੂਜ਼ ਕਰੀਏ ਜਾਂ ਨਾ ਕਰੀਏ, ਤੇ ਸਾਡੇ ਤੇ ਡਿਪੈਂਡ ਕਰਦਾ ਹੈ, ਲੇਕਿਨ ਉਹ ਹਮੇਸ਼ਾ ਗੁਣਾਂ ਦੀ ਦਾਤ ਦੇ ਰਿਹਾ ਹੈ। ਪੌੜੀ ਤੁਧ ਜੇਵਡ ਦਾਤਾ ਨਾਹੇ, ਕਿਸ ਆਖ ਸੁਣਾਈਏ। ਕਿਸ ਦਾ ਮਤਲਬ ਕਿਹਦੀ ਬਾਬਤ, ਕਿ हे ਪ੍ਰਭੂ ਤੇਰੇ ਜਿਹੜਾ ਦਾਤਾ ਹੋਰ ਕੋਈ ਨਹੀਂ ਹੈ। ਕਿਸ ਦੀ ਬਾਬਤ ਆਖ ਕੇ ਦਸੀਏ ਕਿ ਉਹ ਤੇਰੇ ਜਿਹੜਾ ਹੈ। ਕਿਹਨੂੰ ਅਸੀਂ ਕਹੀਏ ਕਿ ਰੱਬ ਦੇ ਬਰਾਬਰ ਦਾ ਫਲਾਂ ਬੰਦਾ ਹੈ, ਜੋ ਰੱਬ ਦੇ ਬਰਾਬਰ ਦੀ ਕੋਈ ਦਾਤ ਦੇ ਸਕਦਾ ਹੈ। ਕਿ ਇਸ ਕਾਇਨਾਤ ਦੇ ਅੰਦਰ ਰੱਬੀ ਨੇਮਾਂ ਤੋਂ ਉਲਟ ਕੋਈ ਵੀ ਸ਼ਖਸੀਅਤ ਰੇਤ ਦਾ ਇੱਕ ਕਿਣਕਾ ਵੀ ਪੈਦਾ ਕਰ ਸਕਦੀ ਹੈ, ਕਿ ਜ਼ਬਾਨ ਨਾਲ ਆਖੇ ਤੇ ਰੇਤ ਦਾ ਕਿਣਕਾ ਬਣ ਜਾਏ। ਇੱਕ ਕਿਣਕਾ ਵੀ ਪੈਦਾ ਕਰ ਸਕਦਾ ਕੋਈ? ਐਵੇਂ ਨਹੀਂ ਕਰ ਸਕਦਾ। ਰੱਬੀ ਰਜ਼ਾ ਤੋਂ ਉਲਟ ਤੇ ਕੁਝ ਵੀ ਨਹੀਂ ਹੋ ਸਕਦਾ। ਤਾਂ ਕਿਹਨੂੰ ਰੱਬ ਦੇ ਬਰਾਬਰ ਦਾ ਆਖੀਏ? ਤੇਰੇ ਜਿਹੜਾ ਵੱਡਾ ਹੋਰ ਕੋਈ ਦਾਤਾਰ ਨਹੀਂ ਹੈ, ਜਿਹਦੇ ਅੱਗੇ ਮੈਂ ਜਾ ਕੇ ਦੁੱਖ ਦੱਸਾਂ, ਜੋ ਮੇਰੇ ਦੁੱਖਾਂ ਨੂੰ ਦੂਰ ਕਰ ਸਕੇ, ਜੋ ਤੇਰੀ ਰਜ਼ਾ ਤੋਂ ਉਲਟ ਕੁਝ ਕਰ ਸਕੇ। ਕੋਈ ਏਡਾ ਵੱਡਾ ਹੈ ਹੀ ਨਹੀਂ। ਤੇ ਜਦ ਹੈ ਹੀ ਨਹੀਂ, ਜਦ ਰਜ਼ਾ ਤੋਂ ਬਾਹਰ ਕੋਈ ਕੁਝ ਕਰ ਹੀ ਨਹੀਂ ਸਕਦਾ,
ਤਾਂ ਫਿਰ ਕਿਉਂ ਐਵੇਂ ਤਰਲੇ ਲੈਣੇ ਬਾਬਿਆਂ ਦੇ, ਕਿਉਂ ਤਰਲੇ ਲੈਣੇ ਮੜੀਆਂ ਕਬਰਾਂ ਜੋਤਸ਼ੀਆਂ ਦੇ? ਸਿੱਧਾ ਰੱਬ ਦੀ ਰਜ਼ਾ ਦੇ ਅੰਦਰ ਚਲੋ। ਰੱਬ ਦੀ ਰਜ਼ਾ ਤੋਂ ਉਲਟ ਕੁਝ ਹੋ ਹੀ ਨਹੀਂ ਸਕਦਾ। हे ਪ੍ਰਭੂ, ਤੇਰੇ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ ਜਿਹਦੇ ਅੱਗੇ ਜਾ ਕੇ ਮੈਂ ਆਪਣੇ ਦੁੱਖ ਦੱਸਾਂ। ਗੁਰ ਪ੍ਰਸਾਦੀ ਪਾਏ ਜਿੱਥੋਂ ਹੋਮੇ ਜਾਈਏ। ਤਾਂ ਜੋ ਆਤਮਿਕ ਜੀਵਨ ਹੈ, ਆਤਮਿਕ ਜੀਵਨ ਹੈ, ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਗੁਰੂ ਦੇ ਪਾਸੋਂ ਹੀ ਹੋਮੇ ਨਾਸ ਹੁੰਦੀ ਹੈ। ਦੁਨੀਆ ਦੇ ਅੰਦਰ ਇੱਕ ਹੀ ਜਗ੍ਹਾ ਹੈ ਤੇ ਉਹ ਹੈ ਗੁਰੂ, ਗੁਰੂ ਦਾ ਗਿਆਨ। ਉਸ ਗੁਰੂ ਗਿਆਨ ਰਾਹੀਂ ਹੋਮੇ ਜਾ ਸਕਦੀ ਹੈ। ਗੁਰੂ ਗਿਆਨ ਰਾਹੀਂ ਸਾਨੂੰ ਚੰਗੇ ਮੰਦੇ ਦੀ ਪਰਖ ਹੋ ਸਕਦੀ ਹੈ। ਗਿਆਨ ਦੀ ਵਰਤੋਂ ਕਰਕੇ ਹੀ ਬੰਦਾ ਆਪਣੇ ਜੀਵਨ ਨੂੰ ਚੰਗਾ ਬਣਾ ਸਕਦਾ ਹੈ। ਗਿਆਨ ਦੀ ਗਲਤ ਵਰਤੋਂ ਕਰਕੇ ਹੀ ਮਨੁੱਖ ਨੇ ਆਪਣੇ ਜੀਵਨ ਨੂੰ ਨਰਕ ਬਣਾ ਲਿਆ ਤੇ ਗਿਆਨ ਦੀ ਸਹੀ ਵਰਤੋਂ ਕਰਕੇ ਹੀ ਜੀਵਨ ਨੂੰ ਸਵਰਗ ਬਣਾ ਸਕਦਾ ਹੈ। ਇਸ ਲਈ ਗੁਰੂ ਦੀ ਰਹਿਮਤ ਦੇ ਨਾਲ ਸੱਚ ਦੀ ਪ੍ਰਾਪਤੀ ਹੁੰਦੀ ਹੈ। ਗੁਰੂ ਦੇ ਗਿਆਨ ਰਾਹੀਂ ਆਤਮਿਕ ਜੀਵਨ ਪਾਇਆ ਜਾਂਦਾ ਹੈ। ਗੁਰੂ ਦੇ ਚਰਨਾਂ ਦੀ ਸ਼ਰਨ ਲੈ ਕੇ ਹੀ ਸਾਡੀ ਈਗੋ, ਹਉਮੈ, ਹੰਕਾਰ ਖਤਮ ਹੁੰਦੀ ਹੈ। ਰਸਕਸ ਸਾਧਾਂ ਬਾਹਰਾ ਸੱਚੀ ਵਡਿਆਈ ਹੈ। ਰਸਕਸ ਦਾ ਮਤਲਬ ਜਿਹੜੇ ਆ ਰਸਕਸ ਨੇ, ਵਿਕਾਰਾਂ ਦਾ ਰਸ ਹੈ, ਚਸਕੇ ਨੇ। ਤਾਂ ਗੁਰੂ ਜੀ ਕਹਿੰਦੇ ਨੇ ਉਹ ਪ੍ਰਭੂ ਜੋ ਹੈ ਰਸਾਂ ਕਸਾਂ ਤੋਂ ਬਾਹਰ ਹੈ, ਉਹ ਰਸਾਂ ਕਸਾਂ ਤੋਂ ਉਤਾਂ ਹੈ। ਇਹ ਉਹਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ। ਰਸ ਕਾ ਸਾਧਾਂ ਬਾਹਰਾ, ਉਹਨੂੰ ਰਸਾਂ ਕਸਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਰੱਬ ਦਾ, ਕਿ ਉਹਨੂੰ ਕਿਹੜੀ ਚੀਜ਼ ਸਵਾਦ ਲੱਗਦੀ ਹੈ ਤੇ ਕਿਹੜੀ ਚੀਜ਼ ਬੇਸਵਾਦੀ ਲੱਗਦੀ ਹੈ। ਉਹਦਾ ਇਹ ਆਹਾਰ ਨਹੀਂ ਹੈ। ਨਿਰਾਹਾਰ ਅਸੀਂ ਕਹਿੰਦੇ ਨਾ, ਪ੍ਰਭੂ ਨਿਰਾਹਾਰ। ਤੇ ਜਿਹੜਾ ਹੈ ਹੀ ਨਿਰਾਹਾਰ, ਜਿਹੜਾ ਰਸਾਂ ਕਸਾਂ ਤੋਂ ਬਾਹਰ ਹੈ, ਉਹ ਇਹਨਾਂ ਰਸਾਂ ਕਸਾਂ ਵਿੱਚ ਹੈ ਹੀ ਨਹੀਂ, ਤੇ ਉਹਨੂੰ ਰਸ ਕਸ ਦੇ ਕੇ ਤੇ ਕਿਵੇਂ ਖੁਸ਼ ਕਰ ਲੋਗੇ? ਕਿ ਖੀਰ ਚੜਾ ਕੇ ਰੱਬ ਨੂੰ ਖੁਸ਼ ਕਰ ਲੋ, ਭੋਗ ਲਵਾ ਕੇ, ਪਕੌੜਿਆਂ ਨੂੰ ਭੋਗ ਲਵਾ ਕੇ ਖੁਸ਼ ਕਰ ਲੋ, ਦਾਲ ਸਬਜ਼ੀ ਨੂੰ ਭੋਗ ਲਵਾ ਕੇ ਖੁਸ਼ ਕਰ ਲੋ। ਕਿਵੇਂ ਕਰ ਲੋਗੇ? ਕਿਉਂਕਿ ਉਹਦਾ ਖੁਰਾਕ ਹੀ ਨਹੀਂ ਨਾ, ਉਹਦਾ ਲੈਣਾ ਦੇਣਾ ਨਹੀਂ। ਰਸ ਕਾ ਸਾਧਾਂ ਬਾਹਰਾ ਸੱਚੀ ਵਡਿਆਈ ਹੈ। ਪ੍ਰਭੂ ਦੀ ਬਜ਼ੁਰਗੀ ਸਦਾ ਕਾਇਮ ਰਹਿਣ ਵਾਲੀ ਹੈ, ਰਸਾਂ ਕਸਾਂ ਤੋਂ ਬਾਹਰ ਹੈ। ਤੇ ਯਾਦ ਰੱਖਣਾ, ਜਿਹੜਾ ਪ੍ਰਭੂ ਦੀ ਸੱਚੀ ਵਡਿਆਈ ਗੁਣਾਂ ਦੇ ਨਾਲ ਜੁੜਦਾ ਹੈ ਨਾ, ਉਹ ਵੀ ਆ ਵਿਕਾਰਾਂ ਦੇ ਰਸਾਂ ਕਸਾਂ ਤੋਂ ਬਾਹਰ ਹੋ ਜਾਂਦਾ ਹੈ। ਉਹ ਇਹਨਾਂ ਚੀਜ਼ਾਂ ਤੋਂ ਉੱਚਾ ਉੱਠ ਜਾਂਦਾ ਹੈ। ਜਿਸ ਨੂੰ ਬਖਸ਼ੇ ਤਿਸ ਦੇ ਆਪੇ ਲੈ ਮਿਲਾਈਐ। ਜਿਹਦੇ ਤੇ ਰਹਿਮਤ ਕਰਦਾ ਹੈ ਉਸ ਨੂੰ ਉਹ ਬਖਸ਼ਿਸ਼ ਕਰਦਾ ਹੈ, ਉਹਨੂੰ ਉਹ ਦਾਤ ਦਿੰਦਾ ਹੈ, ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹਨੂੰ ਬਖਸ਼ਦਾ ਹੈ, ਜਿਹਦੇ ਤੇ ਰਹਿਮਤ ਕਰਦਾ ਹੈ, ਉਹਨੂੰ ਆਪ ਆਪਣੇ ਨਾਲ ਮਿਲਾ ਲੈਂਦਾ ਹੈ। ਹੁਣ ਦੇਖੋ, ਇਹ ਚੀਜ਼ ਦੀ ਵਿਆਖਿਆ ਦੇ ਵਿੱਚ ਥੋੜਾ ਜਿਹਾ ਫਰਕ ਪੈ ਜਾਂਦਾ ਹੈ, ਸਮਝਣ ਵਿੱਚ ਫਰਕ ਪੈ ਜਾਂਦਾ ਹੈ। ਕਿਉਂਕਿ ਬੰਦਾ ਬੜਾ ਚਲਾਕ ਹੈ, ਬੰਦਾ ਇੱਕ ਦੂਜੇ ਨਾਲ ਚਲਾਕੀਆਂ ਕਰਦਾ ਹੈ, ਇੱਕ ਦੂਜੇ ਨੂੰ ਠਿੱਬੀ ਲਾਣਾ ਚਾਹੁੰਦਾ ਹੈ, ਆਪਣੀਆਂ ਗਲਤੀਆਂ ਛੁਪਾ ਕੇ ਦੂਜੇ ਦੇ ਸਿਰ ਦੇ ਉੱਤੇ ਬੜੀ ਚਲਾਕੀ ਦੇ ਨਾਲ ਇਹ ਥੋਪ ਦਿੰਦਾ ਹੈ, ਔਰ ਆਪ ਗਲਤੀਆਂ ਤੋਂ ਮੁਕਤ ਹੋਣਾ ਲੋਚਦਾ ਹੈ। ਇਹ ਬੰਦੇ ਦੀ, ਆਮ ਬੰਦੇ ਦੀ ਬਿਰਤੀ ਬਣ ਗਈ ਹੈ। ਚੰਦ ਲੋਕ ਨੇ ਜੋ ਸਚਾਈ ਨੂੰ ਸਮਝਦੇ ਹਨ ਔਰ ਜੋ ਆਪਣੀ ਗਲਤੀ ਨੂੰ ਆਪ ਸਵੀਕਾਰ ਕਰ ਲੈਂਦੇ ਨੇ, ਆਪਣੀ ਜ਼ਿੰਮੇਵਾਰੀ ਲੈਂਦੇ ਨੇ ਕਿ ਮੇਰੀ ਗਲਤੀ ਸੀ। ਨਹੀਂ ਤਾਂ ਆਮ ਕਰਕੇ ਬੰਦਾ ਦੂਜੇ ਤੇ ਹੀ ਗਲਤੀਆਂ ਥੋਪਦਾ ਹੈ ਨਾ, ਆਪਣੀਆਂ ਗਲਤੀਆਂ ਮੰਨਣ ਲਈ ਤਿਆਰ ਨਹੀਂ। ਇਹਦੀ ਚਲਾਕੀ ਹੈ। ਤੇ ਇਹੋ ਜਿਹੀਆਂ ਚਲਾਕੀਆਂ ਕਰਦਾ ਕਰਦਾ ਬੰਦਾ ਇਹਨਾਂ ਚਲਾਕੀਆਂ ਵਿੱਚ ਖਚਤ ਹੋ ਗਿਆ ਕਿ ਆਪਣੇ ਦੋਸ਼ ਰੱਬ ਤੇ ਵੀ ਮੜ ਦਿੰਦਾ ਹੈ। ਜਦੋਂ ਅਸੀਂ ਇਹ ਬਖਸ਼ ਕਰਾਂਗੇ ਨਾ, ਜਿਸ ਨੂੰ ਬਖਸ਼ੇ ਤਿਸ ਦੇ, ਕਿ ਜਿਹਦੇ ਤੇ ਰੱਬ ਬਖਸ਼ਿਸ਼ ਕਰਦਾ ਹੈ ਉਹਨੂੰ ਰੱਬ ਦਾਤ ਦੇ ਦਿੰਦਾ ਹੈ, ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ਤੇ ਬੰਦਾ ਤੇ ਸ਼ੁਕਰ ਕਰਦਾ ਹੈ ਗੁਰੂ ਜੀ ਨੇ ਗੱਲ ਲਿਖੀ ਹੈ, ਤੇ ਨਾਲ ਦੇ ਨਾਲ ਕਹਿ ਲੈਂਦੇ ਜੀ ਸਾਡੇ ਤੇ ਰੱਬ ਨੇ ਬਖਸ਼ਿਸ਼ ਨਹੀਂ ਕੀਤੀ, ਇਸ ਕਰਕੇ ਸਾਨੂੰ ਨਹੀਂ ਦਾਤ ਮਿਲੀ। ਇਹਦਾ ਮਤਲਬ ਕਿ ਮੈਂ ਬਰੀ ਹਾਂ। ਗਲਤੀ ਕਿਹਦੀ ਹੈ? ਰੱਬ ਦੀ, ਕਿਉਂਕਿ ਉਹਨੇ ਬਖਸ਼ਿਸ਼ ਨਹੀਂ ਕੀਤੀ। ਗਲਤੀ ਕਿਹਦੀ ਹੈ? ਗੁਰੂ ਦੀ, ਕਿ ਮੈਨੂੰ ਅੰਮ੍ਰਿਤ ਦੀ ਦਾਤ ਨਹੀਂ ਦਿੱਤੀ। ਜੇ ਕਿਸੇ ਨੂੰ ਕਹੀਏ ਨਾ ਤੁਸੀਂ ਅੰਮ੍ਰਿਤ ਪਾਨ ਕਰ ਲਓ, ਹਾਂ ਜੀ ਜ਼ਰੂਰ, ਜਦੋਂ ਗੁਰੂ ਦੀ ਮਿਹਰ ਹੋਵੇਗੀ, ਗੁਰੂ ਦੀ ਬਖਸ਼ਿਸ਼ ਹੋਵੇਗੀ, ਹਾਲੇ ਗੁਰੂ ਨੇ ਬਖਸ਼ਿਸ਼ ਨਹੀਂ ਕੀਤੀ। ਭਲੇ ਪੁਰਸ਼ੋ, ਜਿੱਥੇ ਅੰਮ੍ਰਿਤ ਸੰਚਾਰ ਹੁੰਦਾ ਹੈ ਉੱਥੇ ਜਾਓ ਤੇ ਉੱਥੇ ਪੰਜਾਂ ਪਿਆਰਿਆਂ ਨੂੰ ਬੇਨਤੀ ਕਰੋ ਕਿ ਅਸੀਂ ਅੰਮ੍ਰਿਤ ਛਕਣਾ। ਜੇ ਤੁਹਾਨੂੰ ਕਹਿਣ ਕਿ ਅਸੀਂ ਨਹੀਂ ਛਕਾਣਾ, ਫਿਰ ਤੇ ਹੋਈ, ਬਖਸ਼ਿਸ਼ ਨਹੀਂ ਹੋਈ। ਪਰ ਤੁਸੀਂ ਆਪ ਹੀ ਨਹੀਂ ਗਏ। ਬਖਸ਼ਿਸ਼ ਤੇ ਉਹਦੇ ਤੇ ਹੋਏਗੀ ਨਾ ਜੋ ਰਜਾ ਭਾਣੇ ਦੇ ਅੰਦਰ ਚੱਲੇਗਾ, ਜੋ ਉਸਨੂੰ ਵਰਤੇਗਾ। ਬਖਸ਼ਿਸ਼ ਤੇ ਗੁਰੂ ਨੇ ਕੀਤੀ ਹੋਈ ਹੈ ਸਾਰਿਆਂ ਤੇ, ਇੱਕੋ ਜਿਹੀ ਬਖਸ਼ਿਸ਼ ਕੀਤੀ ਹੈ। ਸਾਰਾ ਸੰਸਾਰ ਰੱਬ ਦੀ ਦਇਆ ਹੀ ਤੇ ਹੈ। ਸਾਡੇ ਅੰਦਰ ਸਾਰੇ ਗੁਣ ਮੌਜੂਦ ਤੇ ਹੈ ਨੇ, ਸਤ ਸੰਤੋਖ ਦਇਆ ਧਰਮ ਆਦਿਕ। ਬਖਸ਼ਿਸ਼ ਤੇ ਹੋਈ ਪਈ ਹੈ, ਉਹਨੂੰ ਯੂਜ਼ ਕਰਨਾ ਸੀ।
ਤਾਂ ਅਸੀਂ ਬਖਸ਼ਿਸ਼ ਦੇ ਪਾਤਰ ਬਣਨਾ ਹੈ। ਜਦੋਂ ਵੀ ਗੁਰੂ ਜੀ ਕਹਿੰਦੇ ਨਾ ਜਿਸ ਨੂੰ ਬਖਸ਼ੇ ਤਿਸ ਦੇ, ਤਾਂ ਉਹਦਾ ਅੰਤਰੀਵ ਭਾਵ ਇਹ ਲੈਣਾ ਕਿ ਜੋ ਬਖਸ਼ਿਸ਼ ਦਾ ਪਾਤਰ ਬਣ ਜਾਂਦਾ ਹੈ ਉਹਨੂੰ ਪ੍ਰਭੂ ਉਦਾਤ ਦੇ ਦਿੰਦਾ ਹੈ, ਉਹਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਅਗਲਾ ਬਚਨ ਗੁਰੂ ਜੀ ਕਰਦੇ ਨੇ, ਘਟ ਅੰਤਰ ਅੰਮ੍ਰਿਤ ਰਖਿਓਨ ਗੁਰਮੁਖ ਕਿਸੇ ਪਿਆਈ। ਘਟ ਅੰਤਰ ਹਿਰਦੇ ਦੇ ਅੰਦਰ, ਅੰਮ੍ਰਿਤ ਰਖਿਓਨ ਦਾ ਮਤਲਬ ਰੱਬ ਨੇ ਅੰਮ੍ਰਿਤ ਰੱਖਿਆ ਹੋਇਆ ਹੈ ਹਰ ਇੱਕ ਦੇ ਹਿਰਦੇ ਵਿੱਚ। ਜੋ ਆਤਮਿਕ ਜੀਵਨ ਹੈ, ਜੋ ਆਤਮਿਕ ਜੀਵਨ ਦੇਣ ਵਾਲੇ ਗੁਣ ਨੇ, ਉਹ ਅੰਮ੍ਰਿਤ ਹਰ ਇੱਕ ਦੇ ਅੰਦਰ ਹੈ। ਅੰਮ੍ਰਿਤ ਦਾ ਮਤਲਬ ਆਤਮਿਕ ਜੀਵਨ। ਘਟ ਅੰਤਰ ਹਰ ਇੱਕ ਦੇ ਅੰਦਰ, ਹਰ ਸਰੀਰ ਵਿੱਚ ਰੱਖਿਆ ਹੋਇਆ ਹੈ, ਹਰ ਇੱਕ ਦੇ ਸਰੀਰ ਵਿੱਚ, ਹਰ ਇੱਕ ਦੇ ਅੰਦਰ। ਲੇਕਿਨ ਪੀਤਾ ਕਿੰਨੇ ਹੈ? ਗੁਰਮੁਖ ਕਿਸੇ ਪਿਆਈ, ਗੁਰੂ ਦੇ ਜਰੀਏ ਕਿਸੇ ਨੂੰ ਪਿਆਉਂਦਾ ਹੈ, ਗੁਰੂ ਦੇ ਰਾਹੀਂ ਕਿਸੇ ਨੂੰ ਮਿਲਾਉਂਦਾ ਹੈ। ਉਹ ਅੰਮ੍ਰਿਤ ਕੌਣ ਪੀਂਦਾ ਹੈ? ਜੋ ਗੁਰੂ ਦੇ ਚਰਨਾਂ ਦੀ ਸ਼ਰਨ ਲੈਂਦਾ ਹੈ ਸਾਰਿਆਂ ਦੇ ਅੰਦਰ। ਤੇ ਉਹ ਅੰਮ੍ਰਿਤ ਕੀ ਹੈ? ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵਿਰਾਗ ਨਿਮਾਨਤਾ ਸੇਵਾ ਸਿਮਰਨ ਪ੍ਰੇਮ ਕੁਰਬਾਨੀ ਦੇ ਜੋ ਸ਼ਬਦ ਜਜ਼ਬੇ ਨੇ, ਇਹ ਸ਼ੁਭ ਗੁਣਾ ਰੂਪ ਅੰਮ੍ਰਿਤ ਜੋ ਹੈ ਇਹ ਹਰ ਇੱਕ ਦੇ ਅੰਦਰ ਹੈ। ਪਰ ਜੋ ਗੁਰੂ ਦੇ ਦੱਸੇ ਰਾਹਾਂ ਤੇ ਤੁਰਦਾ ਹੈ ਉਹ ਇਹਨਾਂ ਗੁਣਾਂ ਨੂੰ ਯੂਜ਼ ਕਰਕੇ ਉਹ ਆਤਮਿਕ ਆਨੰਦ ਮਾਣ ਲੈਂਦਾ ਹੈ। ਤੇ ਜੋ ਗੁਰੂ ਦਰਸਾਏ ਮਾਰਗ ਤੇ ਨਹੀਂ ਚੱਲਦਾ, ਗਿਆਨ ਗੁਰੂ ਦੀ ਵਰਤੋਂ ਨਹੀਂ ਕਰਦਾ, ਉਹ ਇਹਨਾਂ ਗੁਣਾਂ ਦੀ ਬਜਾਏ ਔਗੁਣਾਂ ਦੇ ਵਿੱਚ ਖੱਜਲ ਹੋਇਆ ਜ਼ਹਿਰ ਪੀ ਵੀ ਜਾਂਦਾ ਹੈ, ਆਤਮਿਕ ਮੌਤ ਸਹਿਟ ਲੈਂਦਾ ਹੈ। ਸ਼ਲੋਕ ਮਹਿਲਾ ਤੀਜਾ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਬਾਬਾਣੀ, ਬਾਬਾਣੀ ਦਾ ਮਤਲਬ ਬਾਬੇ ਦੀ, ਬਾਬਾਣੀਆਂ ਬਾਬਿਆਂ ਦੀਆਂ, ਬਜ਼ੁਰਗਾਂ ਦੀਆਂ, ਯਾਨੀ ਸਤਿਗੁਰੂ ਦੀਆਂ। ਕਹਾਣੀਆਂ ਦਾ ਮਤਲਬ ਸਿਫਤ ਸਲਾਹ, ਪੁੱਤ ਦਾ ਮਤਲਬ ਪੁੱਤਰ, ਸਪੁੱਤ ਦਾ ਮਤਲਬ ਚੰਗੇ ਪੁੱਤਰ, ਕਰੇਨ ਦਾ ਮਤਲਬ ਬਣਾ ਦਿੰਦੀਆਂ ਨੇ। ਬਾਬਾਣੀਆਂ ਕਹਾਣੀਆਂ ਦਾ ਮਤਲਬ ਜੋ ਸਤਿਗੁਰੂ ਦੀਆਂ ਵਡਿਆਈਆਂ ਨੇ, ਸਤਿਗੁਰੂ ਦੀ ਜੋ ਸਿਫਤ ਸਲਾਹ ਹੈ ਕਰਨੀ, ਉਹ ਸਿੱਖ ਪੁੱਤਰਾਂ ਨੂੰ ਗੁਰਮੁਖ ਪੁੱਤਰ ਬਣਾ ਦਿੰਦੀ ਹੈ, ਯਾਨੀ ਪੁੱਤਰਾਂ ਨੂੰ ਚੰਗੇ ਪੁੱਤਰ ਬਣਾ ਦਿੰਦੀਆਂ ਨੇ। ਹੁਣ ਇਹ ਚੀਜ਼ ਨਾ ਥੋੜੀ ਸਮਝਣ ਵਾਲੀ ਹੈ। ਸ਼ਬਦ ਹੈ ਪੁੱਤਰ, ਤੇ ਇਹਦੇ ਤੋਂ ਦੋ ਸ਼ਬਦ ਹੋਰ ਬਣਦੇ ਨੇ, ਇੱਕ ਕਪੁੱਤਰ ਔਰ ਇੱਕ ਸਪੁੱਤਰ। ਸ਼ਬਦ ਹੈ ਪੁੱਤਰ, ਅੱਗੋਂ ਇਹਦੇ ਦੋ ਰੂਪ ਨੇ, ਇੱਕ ਕਪੁੱਤਰ ਔਰ ਇੱਕ ਸਪੁੱਤਰ। ਹੁਣ ਸਪੁੱਤਰ ਕਿਹਨੂੰ ਕਹਿੰਦੇ ਨੇ? ਸਪੁੱਤਰ ਉਹਨੂੰ ਕਹਿੰਦੇ ਨੇ, ਅਸੀਂ ਦੁਨਿਆਵੀ ਮਿਸਾਲ ਦੇ ਕੇ ਚੀਜ਼ ਨੂੰ ਸਮਝਾਂਗੇ। ਮਾਨੋ ਕਿ ਕਿਸੇ ਦੇ ਬੱਚੇ ਦੇ ਪਿਤਾ ਦੀ ਮੌਤ ਹੋ ਗਈ ਤੇ ਉਹਦੇ ਜਨਮ ਦੇ ਟਾਈਮ, ਉਹਦੇ ਜੀਵਨ ਦੇ ਵਿੱਚ 10 ਕਿੱਲੇ ਜ਼ਮੀਨ ਸੀ। ਸਪੋਜ਼ ਪਿਓ ਦੀ 10 ਕਿੱਲੇ ਜ਼ਮੀਨ ਸੀ, 10 ਕਿੱਲੇ ਜ਼ਮੀਨ ਛੱਡ ਕੇ ਉਹ ਪਿਤਾ ਚੱਲ ਵਸਿਆ। ਅੱਗੋਂ ਉਹਦਾ ਬੱਚਾ ਬੜਾ ਚੰਗਾ ਹੈ, ਇੱਕ ਤਾਂ ਉਹਨੇ ਆਪਣੇ ਚਾਚਿਆਂ ਤਾਇਆਂ ਭੈਣਾਂ ਭਰਾਵਾਂ ਦੇ ਨਾਲ ਉਹ ਰਿਲੇਸ਼ਨ ਉਸੇ ਤਰ੍ਹਾਂ ਹੀ ਰੱਖੇ ਹੋਏ ਨੇ ਕਾਇਮ, ਜਿਵੇਂ ਪਿਤਾ ਦੇ ਸਨ, ਉਹਦੇ ਨਾਲੋਂ ਵੀ ਚੰਗੇ ਮਿਠਾਸ ਵਾਲੇ ਰਿਲੇਸ਼ਨ ਬਣਾਏ ਨੇ। ਦੂਜਾ, ਉਹਨੇ ਆਪਣੇ ਪਿਤਾ ਦੀ ਜਿਹੜੀ 10 ਕਿੱਲੇ ਜ਼ਮੀਨ ਸੀ ਉਹਨੂੰ ਵੀ ਸੰਭਾਲਿਆ ਤੇ ਨਾਲ ਕਮਾਈ ਕਰਕੇ 5-10 ਕਿੱਲੇ ਹੋਰ ਖਰਾ ਕੇ ਬਣਾ ਕੇ 20-25 ਕਿੱਲੇ ਜ਼ਮੀਨ ਵੀ ਬਣਾ ਲਈ, ਮਕਾਨ ਵੀ ਹੋਰ ਚੰਗਾ ਬਣਾ ਲਿਆ, ਕੋਈ ਛੋਟਾ ਮੋਟਾ ਕਾਰਖਾਨਾ ਲਗਾ ਲਿਆ। ਤੇ ਜਿਹੜੇ ਰਿਸ਼ਤੇ ਨਾਤੇ ਜਿਨ੍ਹਾਂ ਨਾਲ ਪਿਤਾ ਵਰਤਦਾ ਸੀ ਉਹਨਾਂ ਦੇ ਨਾਲ ਮਿਲਵਰਤਨ ਉਸੇ ਤਰ੍ਹਾਂ ਕਾਇਮ ਰੱਖਿਆ, ਸਗੋਂ ਉਸ ਮਿਲਵਰਤਨ ਵਿੱਚ ਹੋਰ ਮਿਠਾਸ ਪੈਦਾ ਕੀਤੀ। ਐਸੇ ਬੱਚੇ ਨੂੰ ਕਹਿੰਦੇ ਨੇ ਸਪੁੱਤਰ। ਤੇ ਦੂਜਾ ਹੈ ਕਿ ਪਿਤਾ ਦੀ ਮੌਤ ਹੋਈ, ਉਸ ਟਾਈਮ ਜ਼ਮੀਨ ਸੀ 10 ਕਿੱਲੇ ਤੇ ਬਹੁਤ ਸਾਰੇ ਲੋਕਾਂ ਦੇ ਨਾਲ ਉਹਦਾ ਮਿਲਵਰਤਨ ਸੀ, ਪਰ ਪਿਤਾ ਤੋਂ ਬਾਅਦ ਘਰ ਦੀ ਕਮਾਂਡ ਹੱਥ ਵਿੱਚ ਆਉਂਦਿਆਂ ਹੀ ਮੁੰਡੇ ਨੇ ਅੱਧਾ ਕਿੱਲਾ ਜ਼ਮੀਨ ਵੇਚ ਦਿੱਤੀ, ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ, ਰਿਸ਼ਤੇਦਾਰਾਂ ਦੇ ਨਾਲ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ ਤੇ 2-4 ਸਾਲਾਂ ਦੇ ਵਿੱਚ ਰਿਸ਼ਤੇ ਨਾਤੇ ਵੀ ਖਤਮ ਕਰ ਲਏ, ਜ਼ਮੀਨ ਜਾਇਦਾਦ ਵੀ ਖਤਮ ਕਰ ਲਈ ਤੇ ਆਪ ਡਰੱਗੀ ਹੋ ਗਿਆ, ਨਸ਼ਈ ਹੋ ਗਿਆ, ਪਿਤਾ ਦੀ ਪ੍ਰਾਪਰਟੀ ਵੀ ਖਤਮ ਕਰ ਦਿੱਤੀ। ਉਹਨੂੰ ਕਹਿੰਦੇ ਨੇ ਕਪੁੱਤਰ, ਉਹਨੂੰ ਕਹਿੰਦੇ ਨੇ ਕਪੁੱਤਰ। ਹੁਣ ਗੁਰੂਆਂ ਦੀਆਂ ਕਥਾ ਕਹਾਣੀਆਂ ਅਸਾਂ ਕਿਉਂ ਕਰਨੀਆਂ ਨੇ? ਇਤਿਹਾਸ ਕਿਉਂ ਪੜ੍ਹਨਾ ਹੈ? ਗੁਰਬਾਣੀ ਕਿਉਂ ਪੜ੍ਹਨੀ ਹੈ? ਗੁਰਬਾਣੀ ਦੇ ਅਰਥ ਭਾਵ ਕਿਉਂ ਸਮਝਣੇ ਨੇ? ਜਿਸ ਕਰਕੇ ਅਸੀਂ ਸਪੁੱਤਰ ਬਣ ਜਾਈਏ। ਗੁਰਬਾਣੀ ਪੜ੍ਹਨ ਦਾ ਮਕਸਦ ਹੀ ਇਹ ਹੈ, ਇਤਿਹਾਸ ਪੜ੍ਹਨ ਦਾ ਮਕਸਦ ਹੀ ਇਹ ਹੈ।
ਸਿੱਖ ਫਿਲਾਸਫੀ ਪੜ੍ਹਨ ਦਾ ਮਕਸਦ ਹੀ ਇਹ ਹੈ ਕਿ ਇਹ ਜੋ ਸਿਫਤ ਸਲਾਹ ਅਸੀਂ ਪੜ੍ਹਦੇ ਹਾਂ, ਬਾਣੀ ਜੋ ਪੜ੍ਹਦੇ ਸੁਣਦੇ ਹਾਂ, ਇਹ ਪੁੱਤਰਾਂ ਨੂੰ ਸਪੁੱਤਰ ਬਣਾਉਂਦੀ ਹੈ। ਤਾਂ ਸਤਸੰਗ ਵਿੱਚ ਆਉਣਾ, ਬਾਣੀ ਪੜ੍ਹਨੀ, ਇਤਿਹਾਸ ਪੜ੍ਹਨ ਦਾ ਲਾਭ ਸਾਨੂੰ ਇਹ ਮਿਲਦਾ ਹੈ, ਜੋ ਗੁਰੂਆਂ ਦੀਆਂ ਕਥਾ ਕਹਾਣੀਆਂ ਪੜ੍ਹਦੇ ਨੇ, ਜੋ ਗੁਰੂਆਂ ਦੀਆਂ ਸਿੱਖਿਆਵਾਂ ਤੇ ਅਮਲ ਕਰਦੇ ਨੇ, ਉਹ ਗੁਰੂਆਂ ਦੀਆਂ ਸਿੱਖਿਆਵਾਂ ਪੁੱਤਰਾਂ ਨੂੰ ਸਪੁੱਤਰ ਬਣਾ ਦਿੰਦੀਆਂ ਨੇ। ਇਸ ਲਈ ਅਸੀਂ ਸਪੁੱਤਰ ਬਣਨਾ ਹੈ, ਇਸ ਲਈ ਅਸੀਂ ਇਹ ਕਲਾਸ ਲਗਾ ਰਹੇ ਹਾਂ, ਇਸ ਲਈ ਅਸੀਂ ਬਾਣੀ ਪੜ੍ਹਦੇ ਔਰ ਸੁਣਦੇ ਹਾਂ ਕਿ ਅਸੀਂ ਸਪੁੱਤਰ ਬਣੀਏ। ਸਾਡੀ ਜ਼ਿੰਦਗੀ ਦਾ ਮਕਸਦ ਇਹ ਹੋਣਾ ਚਾਹੀਦਾ ਹੈ। ਜੇ ਸਤਿਗੁਰ ਭਾਵੈ ਸੋ ਮਨ ਲੈਣ, ਸੇਈ ਕਰਮ ਕਰੇਨ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਦੀਆਂ ਸਾਖੀਆਂ ਪੜ੍ਹ ਕੇ, ਇਤਿਹਾਸ ਪੜ੍ਹ ਕੇ, ਬਾਣੀ ਪੜ੍ਹ ਕੇ, ਗੁਰੂ ਦਾ ਉਪਦੇਸ਼ ਪੜ੍ਹ ਕੇ, ਉਹਨਾਂ ਗੱਲਾਂ ਦੇ ਵਿੱਚ ਸਿੱਖ ਯਕੀਨ ਲਿਆਉਂਦੇ ਨੇ ਜੋ ਸਤਿਗੁਰੂ ਨੂੰ ਭਾਉਂਦੀਆਂ ਨੇ। ਜੇ ਸਤਿਗੁਰ ਭਾਵੈ ਸੋ ਮੰਨ ਲੈਣ, ਉਹ ਗੱਲਾਂ ਮੰਨ ਲੈਂਦੇ ਨੇ ਜੋ ਗੁਰੂ ਨੂੰ ਭਾਉਂਦੀਆਂ ਨੇ, ਜੋ ਗੁਰੂ ਦੇ ਵਿੱਚ ਯਕੀਨ ਲਿਆਉਂਦੀਆਂ ਨੇ, ਗੁਰੂ ਵਿੱਚ ਯਕੀਨ ਲਿਆਉਂਦੇ ਨੇ, ਔਰ ਜੋ ਸਤਿਗੁਰੂ ਨੂੰ ਭਾਉਂਦਾ ਹੈ ਉਹਨਾਂ ਗੱਲਾਂ ਨੂੰ ਉਹ ਮੰਨ ਲੈਂਦੇ ਨੇ। ਸਹੀ ਕਰਮ ਕਰੇਨ, ਤੇ ਉਹ ਹੀ ਕੰਮ ਕਰਦੇ ਨੇ ਜੋ ਗੁਰੂ ਨੂੰ ਭਾਉਂਦੇ ਨੇ, ਜੋ ਗੁਰੂ ਨੂੰ ਚੰਗੇ ਲੱਗਦੇ ਨੇ। ਜੋ ਗੁਰੂ ਨੂੰ ਚੰਗੇ ਲੱਗਦੇ ਨੇ ਉਹ ਹੀ ਕੰਮ ਕਰਦੇ ਨੇ, ਉਹਨਾਂ ਗੱਲਾਂ ਨੂੰ ਮੰਨ ਲੈਂਦੇ ਨੇ ਜੋ ਗੁਰੂ ਨੂੰ ਭਾਉਂਦੀਆਂ ਨੇ। ਭਾਵ ਕਿ ਗੁਰੂ ਦੀ ਪਾਵਨ ਬਾਣੀ ਪੜ੍ਹ ਕੇ ਸਿੱਖ ਉਸ ਚੀਜ਼ ਨੂੰ ਮੰਨ ਲੈਂਦਾ ਹੈ ਔਰ ਫਿਰ ਉਹ ਕੰਮ ਕਰਦਾ ਹੈ ਜੋ ਗੁਰੂ ਨੂੰ ਭਾਉਂਦੇ ਨੇ। ਤਾਂ ਅਸਾਂ ਵੀ ਉਹ ਕੰਮ ਕਰਨੇ ਨੇ ਜੋ ਗੁਰੂ ਨੂੰ ਭਾਉਂਦੇ ਨੇ, ਜਿਸ ਬਾਰੇ ਆਪਾਂ ਖੁੱਲੀਆਂ ਵਿਚਾਰਾਂ ਕਰ ਚੁੱਕੇ ਹਾਂ। ਜਿਹੜੀਆਂ 6 ਗੱਲਾਂ ਅਸੀਂ ਸਾਂਝੀਆਂ ਕਰਦੇ ਹਾਂ। ਅੱਖਾਂ ਨਾਲ ਉਹ ਵੇਖਦੇ ਨੇ ਜੋ ਗੁਰੂ ਨੂੰ ਭਾਉਂਦਾ ਹੈ, ਕੰਨਾਂ ਨਾਲ ਸੁਣਦੇ ਨੇ ਜੋ ਗੁਰੂ ਨੂੰ ਭਾਉਂਦਾ ਹੈ, ਜ਼ਬਾਨ ਨਾਲ ਬੋਲਦੇ ਨੇ ਜੋ ਗੁਰੂ ਨੂੰ ਭਾਉਂਦਾ ਹੈ, ਹੱਥਾਂ ਨਾਲ ਕੰਮ ਉਹ ਕਰਦੇ ਨੇ ਜੋ ਗੁਰੂ ਨੂੰ ਭਾਉਂਦਾ ਹੈ, ਪੈਰਾਂ ਨਾਲ ਉਧਰ ਚੱਲ ਕੇ ਜਾਂਦੇ ਨੇ ਜਿੱਧਰ ਗੁਰੂ ਨੂੰ ਭਾਉਂਦਾ ਹੈ, ਔਰ ਮਨ ਦੀ ਸੋਚ ਉਹਨਾਂ ਦੀ ਉਹ ਹੁੰਦੀ ਹੈ ਜੋ ਗੁਰੂ ਨੂੰ ਭਾਉਂਦੀ ਹੈ। ਜਾਏ ਪੁੱਛੋ ਸਿਮਰਿਤ ਸ਼ਾਸਤ ਬਿਆਸ ਸੁਖ ਨਾਰਦ, ਬਚਨ ਸਭ ਸ੍ਰਿਸ਼ਟ ਕਰੇਨ। ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਹਨ ਕਿ ਤੁਸੀਂ ਬੇਸ਼ੱਕ ਇਸ ਗੱਲ ਦੀ ਤਸਦੀਕ ਕਰਨੀ ਹੋਵੇ ਤਾਂ ਗੁਰੂ ਜੀ ਕਹਿੰਦੇ ਨੇ ਜੋ ਪੁਰਾਤਨ ਧਰਮ ਪੁਸਤਕਾਂ ਸਿਮਰਤੀਆਂ ਸ਼ਾਸਤਰ ਨੇ, ਪੁਰਾਤਨ ਰਿਸ਼ੀ ਨੇ, ਵਿਆਸ ਹੈ, ਸੁਖ ਹੈ, ਨਾਰਦ ਹੈ, ਇਹਨਾਂ ਨੂੰ ਪੁੱਛ ਕੇ ਵੇਖ ਲਓ। ਭਾਵ ਕਿ ਉਹਨਾਂ ਦੀਆਂ ਲਿਖਤਾਂ ਪੜ੍ਹ ਵੇਖੋ, ਜਿਹੜੇ ਸਾਰਿਆਂ ਨੂੰ ਲੋਕਾਂ ਨੂੰ ਉਪਦੇਸ਼ ਕਰਦੇ ਸਨ, ਉਹਨਾਂ ਨੂੰ ਪੁੱਛ ਕੇ ਵੇਖ ਲਓ। ਤਾਂ ਉੱਥੇ ਵੀ ਤੁਹਾਨੂੰ ਇਹੀ ਸ਼ੈ ਮਿਲੇਗੀ ਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਹੀ ਬੰਦਾ ਸੁਖੀ ਔਰ ਸ਼ਾਂਤ ਹੋ ਸਕਦਾ ਹੈ। ਰੱਬੀ ਰਜ਼ਾ ਦੇ ਵਿੱਚ ਤੁਰਨ ਤੋਂ ਬਿਨਾਂ ਜ਼ਿੰਦਗੀ ਦੇ ਅੰਦਰ ਸ਼ਾਂਤੀ ਆ ਨਹੀਂ ਸਕਦੀ। ਪੁਰਾਤਨ ਧਰਮ ਪੁਸਤਕਾਂ ਪੜ੍ਹ ਕੇ ਵੇਖ ਲਓ ਜਾਂ ਉਹਨਾਂ ਦੇ ਜੀਵਨ ਵੱਲ ਪੜ੍ਹ ਕੇ ਦੇਖ ਲਓ। ਜੇ ਉਹਨਾਂ ਨੇ ਰੱਬੀ ਰਜ਼ਾ ਨੂੰ ਤੋੜਿਆ ਹੋਵੇਗਾ ਤਾਂ ਬਿਲਕੁਲ ਦੁੱਖ ਆਇਆ ਹੋਵੇਗਾ। ਜਿਹੜਾ ਰੱਬੀ ਰਜ਼ਾ ਵਿੱਚ ਤੁਰਿਆ ਹੋਵੇਗਾ ਉਹਦੇ ਜੀਵਨ ਦੇ ਅੰਦਰ ਸੁਖ ਸ਼ਾਂਤੀ ਹੋਵੇਗੀ। ਤੁਸੀਂ ਉਹਨਾਂ ਨੂੰ ਪੜ੍ਹ ਕੇ ਵਾਚ ਕੇ ਵੇਖ ਲਓ। ਸੱਚੇ ਲਾਏ ਸੱਚ ਲੱਗੇ, ਸਦਾ ਸੱਚ ਸੰਭਾਲੇਨ। ਸੱਚੇ ਲਾਏ ਦਾ ਮਤਲਬ ਜਿਨ੍ਹਾਂ ਨੂੰ ਸਦਾ ਪ੍ਰਭੂ ਨੇ ਸੱਚ ਦੇ ਵਿੱਚ ਲਾਇਆ ਹੈ, ਉਹ ਸੱਚ ਦੇ ਅੰਦਰ ਲੱਗੇ ਨੇ ਔਰ ਸਦਾ ਹੀ ਉਹ ਸੱਚ ਦੇ ਨਾਲ ਜੁੜੇ ਰਹਿੰਦੇ ਨੇ, ਸੱਚ ਨੂੰ ਸੰਭਾਲਦੇ ਰਹਿੰਦੇ ਨੇ। ਯਾਨੀ ਜੋ ਪ੍ਰਭੂ ਦੀ ਰਜ਼ਾ ਵਿੱਚ ਤੁਰਦੇ ਨੇ ਉਹ ਫਿਰ ਕੀ ਕਰਦੇ ਨੇ, ਸੱਚ ਵਿੱਚ ਲੱਗਦੇ ਨੇ ਔਰ ਸਦਾ ਸੱਚ ਨੂੰ ਯਾਦ ਰੱਖਦੇ ਨੇ। ਇੱਕ ਪਲ ਵਾਸਤੇ ਵੀ ਉਹ ਸੱਚ ਨੂੰ ਭੁਲਾਉਂਦੇ ਨਹੀਂ, ਇੱਕ ਪਲ ਵਾਸਤੇ ਵੀ ਰੱਬੀ ਸਲਾਹ ਤੋਂ ਦੂਰ ਨਹੀਂ ਹੁੰਦੇ, ਜਿਨ੍ਹਾਂ ਨੂੰ ਪ੍ਰਭੂ ਨੇ ਸੱਚ ਵਿੱਚ ਲਾਇਆ ਹੈ। ਨਾਨਕ ਆਏ ਸੇ ਪ੍ਰਵਾਨ ਭਏ, ਜੇ ਸਗਲੇ ਕੁੱਲ ਤਾਰੇਨ। ਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਤੇ ਆਉਣਾ ਉਹਨਾਂ ਦਾ ਪ੍ਰਵਾਨ ਹੈ, ਮੁਬਾਰਕ ਹੈ ਉਹਨਾਂ ਦਾ ਜੀਵਨ, ਸਫਲ ਹੈ ਉਹਨਾਂ ਦਾ ਜੀਵਨ ਜਿਹੜੇ ਸਾਰੀਆਂ ਕੁੱਲਾਂ ਨੂੰ ਤਾਰ ਲੈਂਦੇ। ਹੁਣ ਇੱਕ ਕੁੱਲ ਤਾਂ ਸਾਡੇ ਨਾਲ ਹੈ, ਸਾਡੇ ਜੋ ਗਿਆਨ ਇੰਦਰੀ ਨੇ। ਇੱਕ ਤਾਂ ਬੰਦਾ ਇਹਨਾਂ ਕੁੱਲਾਂ ਨੂੰ ਤਾਰਦਾ ਹੈ, ਜਿਵੇਂ ਭਗਤ ਕਬੀਰ ਜੀ ਕਹਿੰਦੇ ਨੇ, ਦੀਨ ਦਿਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ, ਜਾਂ ਤਿਸ ਭਾਵੇ ਤਾਂ ਹੁਕਮ ਮਨਾਵੇ, ਇਸ ਬੇੜੇ ਕੋ ਪਾਰ ਲੰਘਾਵੇ। ਕਿ ਸਾਰਾ ਜੋ ਮੇਰਾ ਪਰਿਵਾਰ ਹੈ ਗਿਆਨ ਇੰਦਰੀਆਂ ਦਾ, ਇਹਨੂੰ ਤੇਰੇ ਹੁਕਮ ਦੇ ਬੇੜੇ ਵਿੱਚ ਚੜਾ ਦਿੱਤਾ ਹੈ। ਜਦੋਂ ਤੈਨੂੰ ਭਾਉਂਦਾ ਹੈ, ਭਾਵ ਤੇਰੇ ਹੁਕਮ ਦੇ ਵਿੱਚ ਜੋ ਤੁਰਦਾ ਹੈ, ਉਹਨਾਂ ਦਾ ਇਹ ਬੇੜਾ ਪਾਰ ਲੰਘ ਜਾਂਦਾ ਹੈ। ਉਹਨਾਂ ਦੇ ਇਹ ਗਿਆਨ ਇੰਦਰੇ, ਉਹਦੇ ਇਹ ਪਰਿਵਾਰ, ਉਹਦੀਆਂ ਇਹ ਕੁੱਲਾਂ ਕਿਤੇ ਵੀ ਡੁੱਬਦੀਆਂ ਨਹੀਂ। ਪਹਿਲੀ ਗੱਲ ਤਾਂ ਇਹ ਹੈ
ਕਿ ਜੇ ਸਾਰੀਆਂ ਆਪਣੇ ਗਿਆਨ ਇੰਦਰੀਆਂ ਨੂੰ ਉਤਾਰਦੇ ਨੇ, ਕੁੱਲਾਂ ਨੂੰ ਉਤਾਰ ਲੈਂਦੇ। ਤੇ ਦੂਜੀ ਗੱਲ ਇਹ ਹੈ ਕਿ ਜੋ ਚੰਗੇ ਇਨਸਾਨ ਨੇ, ਰੱਬੀ ਰਜ਼ਾ ਔਰ ਭਾਣੇ ਵਿੱਚ ਤੁਰਨ ਵਾਲੇ ਨੇ, ਫਿਰ ਉਹਨਾਂ ਦੀਆਂ ਕੁੱਲਾਂ ਨੂੰ ਵੀ ਮਾਣ ਮਿਲਦਾ ਹੈ। ਲੋਕ ਕਹਿੰਦੇ ਨੇ ਵੀ ਧੰਨ ਨੇ ਇਸ ਬੰਦੇ ਦੀ ਮਾਂ ਜਿਹਨੇ ਜੰਮਿਆ, ਧੰਨ ਹੈ ਇਸ ਬੰਦੇ ਦਾ ਪਿਓ ਜਿਸਨੇ ਇਹਨੂੰ ਜਨਮ ਦਿੱਤਾ ਹੈ। ਉਹਨਾਂ ਕਰਕੇ ਉਹਨਾਂ ਦੀਆਂ ਕੁੱਲਾਂ ਨੂੰ ਵੀ ਮਾਣ ਮਿਲਦਾ ਹੈ ਕਿ ਫਲਾਂ ਬੰਦਾ ਵੀ ਉਸ ਕੁੱਲ ਦੇ ਵਿੱਚੋਂ ਕਿੰਨੀ ਚੰਗੀ ਕੁੱਲ ਚੋਂ ਹੋਏਗਾ ਜਿਸ ਬੰਦੇ ਨੇ ਇਹ ਕੰਮ ਕੀਤਾ ਹੈ। ਤਾਂ ਉਹਦੇ ਕਰਕੇ ਉਹਦੇ ਬਜ਼ੁਰਗਾਂ ਨੂੰ ਵੀ ਮਾਣ ਮਿਲਦਾ ਹੈ, ਸਤਿਕਾਰ ਮਿਲਦਾ ਹੈ। ਮਹਿਲਾ ਤੀਜਾ, ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਵੀ ਅੰਧੇ ਕਰਮ ਕਰੇਨ। ਅੰਧਾ ਦਾ ਮਤਲਬ ਅਗਿਆਨੀ, ਬੇਸਮਝ। ਹੁਣ ਜਿਨ੍ਹਾਂ ਮਨੁੱਖਾਂ ਦਾ ਗੁਰੂ ਆਪ ਅੰਨਾ ਹੋਵੇ, ਅਗਿਆਨੀ ਹੋਵੇ, ਬੇਸਮਝ ਹੋਵੇ, ਜਿਸ ਨੂੰ ਆਪ ਹੁਕਮ ਦੀ ਸੂਝ ਨਹੀਂ, ਰੱਬੀ ਗੁਣਾਂ ਦੀ ਸੂਝ ਨਹੀਂ, ਆਪ ਕਰਮ ਕਾਂਡਾਂ ਵਿੱਚ ਖਚਤ ਹੈ, ਤੇ ਜਿਹੜੇ ਅੱਗੋਂ ਉਹਦੇ ਸਿੱਖ ਬਣਨਗੇ, ਸਿੱਖ ਦਾ ਮਤਲਬ ਚੇਲੇ ਬਣਨਗੇ, ਦਾਸ ਹੋਣਗੇ, ਉਹ ਵੀ ਅੰਨੇ ਕੰਮ ਕਰਨਗੇ। ਗੁਰੂ ਜਿਨ੍ਹਾਂ ਕਾ ਅੰਧੁਲਾ, ਸਿੱਖ ਵੀ ਅੰਧੇ ਕਰਮ ਕਰੇਨ। ਜਿਨ੍ਹਾਂ ਮਨੁੱਖਾਂ ਦਾ ਗੁਰੂ ਆਪ ਅਗਿਆਨੀ ਹੁੰਦਾ ਹੈ, ਉਸ ਅਗਿਆਨੀ ਗੁਰੂ ਦੇ ਜੋ ਸ਼ਿਸ਼ ਨੇ, ਚੇਲੇ ਨੇ, ਉਹ ਵੀ ਅੰਨੇ ਕੰਮ ਕਰਦੇ ਨੇ, ਮੰਦੇ ਕੰਮ ਕਰਦੇ ਨੇ, ਅਗਿਆਨਤਾ ਭਰੇ ਕਰਮ ਕਰਦੇ ਨੇ। ਹੁਣ ਦੇਖੋ, ਇਸ ਦੁਨੀਆ ਦੇ ਅੰਦਰ ਕਿੰਨੇ ਸਾਰੇ ਲੋਕ ਨੇ ਜੋ ਤੀਰਥ ਇਸ਼ਨਾਨ ਨੂੰ ਹੀ ਸਮਝਦੇ ਨੇ ਕਿ ਸ਼ਾਇਦ ਮੁਕਤੀ ਦਾ ਸਾਧਨ ਹੈ। ਕਿੰਨੇ ਸਾਰੇ ਲੋਕ ਨੇ ਜੋ ਇਹ ਸਮਝਦੇ ਨੇ ਕਿ ਸਰਾਧਾਂ ਵਿੱਚ ਖਵਾਇਆ ਭੋਜਨ ਹੀ ਅੱਗੇ ਬਜ਼ੁਰਗਾਂ ਨੂੰ ਮਿਲ ਜਾਂਦਾ ਹੈ। ਤਾਂ ਇਹ ਅਗਿਆਨਤਾ ਭਰੇ ਕਰਮ ਨੇ ਨਾ। ਹੁਣ ਇਹ ਅਗਿਆਨਤਾ ਭਰੇ ਕਰਮ ਲੋਕ ਆਪਣੇ ਆਪ ਥੋੜੀ ਕਰ ਰਹੇ ਨੇ, ਕਿਸੇ ਨੇ ਗਾਈਡ ਕੀਤਾ ਹੈ, ਕਿਸੇ ਨੂੰ ਉਹਨਾਂ ਨੇ ਵੇਖਿਆ ਹੈ, ਕੋਈ ਪਰੰਪਰਾ ਚੱਲੀ ਆ ਰਹੀ ਹੈ। ਤਾਂ ਹੁਣ ਜਿਸਨੇ ਗਲਤ ਗਾਈਡ ਕੀਤਾ ਉਹ ਆਪ ਅਗਿਆਨੀ ਸੀ, ਬੇਸਮਝ ਸੀ, ਉਹਨੇ ਬੇਸਮਝੀ ਵਾਲਾ ਕੰਮ ਕੀਤਾ ਤੇ ਅੱਗੋਂ ਚਾਰ ਲੋਕਾਂ ਨੂੰ ਦੱਸਿਆ ਕਿ ਮੈਂ ਆਪਣੇ ਬਜ਼ੁਰਗਾਂ ਨੂੰ ਭੋਜਨ ਖਵਾਉਣਾ, ਇਸ ਤਰ੍ਹਾਂ ਭੋਜਨ ਮਿਲ ਜਾਂਦਾ ਹੈ। ਤੇ ਅੱਗੋਂ ਵੀ ਲੋਕਾਂ ਨੇ ਉਸ ਅਗਿਆਨਤਾ ਦੀ ਗੱਲ ਨੂੰ ਮੰਨ ਲਿਆ, ਉਹ ਵੀ ਅੰਨੇ ਕਰਮ ਕਰਨ ਲੱਗ ਗਏ। ਹੁਣ ਜਿਨ੍ਹਾਂ ਦਾ ਗਾਈਡ ਕਰਨ ਵਾਲਾ ਅਗਿਆਨੀ ਹੋਏਗਾ, ਅਗਲੇ ਤੇ ਆਟੋਮੈਟਿਕਲੀ ਅਗਿਆਨੀ ਹੋ ਜਾਣਗੇ। ਇਸ ਲਈ ਜਦੋਂ ਵੀ ਅਸੀਂ ਕਿਸੇ ਤੋਂ ਗਾਈਡੈਂਸ ਲੈਣੀ ਹੈ ਤਾਂ ਸੋਚ ਸਮਝ ਕੇ ਲੈਣੀ ਚਾਹੀਦੀ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਆਪ ਪੜ੍ਹੀਏ, ਵਿਚਾਰੀਏ ਔਰ ਗੁਰਬਾਣੀ ਤੋਂ ਗਾਈਡੈਂਸ ਲਈਏ, ਗੁਰੂ ਤੋਂ ਅਗਵਾਈ ਲਈਏ, ਜਿਸ ਕਰਕੇ ਅਸੀਂ ਇਸ ਅਗਿਆਨਤਾ ਭਰੇ ਕਰਮਾਂ ਤੋਂ ਬਚ ਸਕੀਏ। ਤਾਂ ਜਿਨ੍ਹਾਂ ਮਨੁੱਖਾਂ ਦਾ ਗੁਰੂ ਆਪ ਅਗਿਆਨੀ ਹੈ, ਉਹਦੇ ਅੱਗੋਂ ਚੇਲੇ ਵੀ ਮੰਦੇ ਕਰਮ ਕਰਦੇ ਨੇ। ਤੇ ਕੀ ਕਰਦੇ ਨੇ? ਓਏ ਭਾਣੇ ਚੱਲਣ ਆਪਣੇ, ਨਿਤ ਝੂਠੋ ਝੂਠ ਬੋਲੇਨ। ਜਿਹੜੇ ਅਗਿਆਨੀ ਗੁਰੂ ਦੇ ਸ਼ਿਸ਼ ਨੇ, ਉਹ ਆਪਣੀ ਮਰਜ਼ੀ ਦੇ ਅਨੁਸਾਰ ਚੱਲਦੇ ਨੇ ਔਰ ਸਦਾ ਝੂਠ ਬੋਲਦੇ ਨੇ। ਉਹਨਾਂ ਦੀ ਜ਼ਿੰਦਗੀ ਵਿੱਚ ਝੂਠ ਹੈ। ਹੁਣ ਜਿੰਨੀਆਂ ਵੀ ਆ ਲੋਕ ਕਰਾਮਾਤਾਂ ਦੀਆਂ ਗੱਲਾਂ ਕਰ ਰਹੇ ਨੇ, ਜਾਂ ਆ ਜਿਹੜੇ ਨੇ ਤੰਤਰ ਵਗੈਰਾ ਦੱਸ ਰਹੇ ਨੇ, ਮੰਤਰ ਵਗੈਰਾ ਦੱਸ ਰਹੇ ਨੇ, ਤਾਂ ਹਕੀਕਤ ਹੈ ਝੂਠ ਬੋਲ ਰਹੇ ਨੇ। ਇਹਨਾਂ ਮੰਤਰਾਂ ਜੰਤਰਾਂ ਤੰਤਰਾਂ ਦੇ ਨਾਲ ਕੁਝ ਵੀ ਹੋਣ ਵਾਲਾ ਨਹੀਂ ਹੈ, ਲੇਕਿਨ ਝੂਠ ਬੋਲੀ ਜਾ ਰਹੇ ਨੇ ਲੋਕ। ਆਪਣੇ ਆਪ ਹੀ ਆਪਣੇ ਹੀ ਰਾਹ ਬਣਾ ਲਏ ਨੇ ਔਰ ਰੱਬੀ ਰਜ਼ਾ ਤੋਂ ਉਲਟ ਚੱਲ ਰਹੇ ਨੇ, ਲੋਕਾਂ ਨੂੰ ਵੀ ਭਟਕਾ ਰਹੇ ਨੇ ਔਰ ਝੂਠ ਬੋਲ ਰਹੇ ਨੇ, ਲਗਾਤਾਰ ਝੂਠ ਬੋਲ ਰਹੇ ਨੇ। ਤੇ ਜਿਨ੍ਹਾਂ ਨੇ ਉਹਨਾਂ ਝੂਠਿਆਂ ਤੇ ਵਿਸ਼ਵਾਸ ਕਰ ਲਿਆ ਹੈ, ਉਹ ਵਿਚਾਰੇ ਭਟਕ ਗਏ ਨੇ। ਇਸ ਲਈ ਮੈਂ ਰੋਜ਼ ਬੇਨਤੀ ਕਰ ਰਿਹਾ ਹਾਂ ਕਿ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਹਰ ਗੱਲ ਨੂੰ ਪਰਖਣਾ। ਯੂਨੀਵਰਸਲ ਟਰੁੱਥ ਨੂੰ ਬੇਸ ਬਣਾਉਣਾ ਜ਼ਰੂਰ। ਜਿਹੜੀ ਚੀਜ਼ ਯੂਨੀਵਰਸਲ ਟਰੁੱਥ ਤੇ ਪੂਰੀ ਨਹੀਂ ਉਤਰਦੀ, ਉਸ ਚੀਜ਼ ਨੂੰ ਨਾ ਮੰਨਣਾ। ਜਿਹੜੀ ਸੱਚ ਦੀ ਕਸਵੱਟੀ ਤੇ ਪੂਰੀ ਨਹੀਂ ਉਤਰਦੀ, ਉਹਨੂੰ ਨਾ ਮੰਨਣਾ। ਅਰਥ ਭਾਵ ਜਦੋਂ ਕਰਨੇ ਨੇ ਤਾਂ ਇੱਕ ਓੰਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਜੋ ਮੂਲ ਮੰਤਰ ਹੈ, ਜਿਹੜੇ ਅਰਥ ਸਾਡੇ ਉਸ ਮੂਲ ਮੰਤਰ ਤੇ ਪੂਰੇ ਨਹੀਂ ਉਤਰਦੇ ਕਸਵੱਟੀ ਤੇ, ਉਹ ਸਾਡੇ ਕੀਤੇ ਹੋਏ ਅਰਥ ਗਲਤ ਨੇ। ਮਤਲਬ ਜੋ ਅਸੀਂ ਅਰਥ ਕਰ ਰਹੇ ਹਾਂ ਉਹ ਗਲਤ ਨੇ। ਬਾਣੀ ਸੱਚੀ ਹੈ, ਬਾਣੀ ਯੂਨੀਵਰਸਲ ਟਰੁੱਥ ਹੈ। ਸਾਡੇ ਕੀਤੇ ਅਰਥ ਗਲਤ ਹੋ ਸਕਦੇ ਨੇ, ਸਾਡੀ ਸਮਝ ਵਿੱਚ ਫਰਕ ਹੋ ਸਕਦਾ ਹੈ, ਇਹ ਗੱਲ ਧਿਆਨ ਰੱਖਣ ਵਾਲੀ ਹੈ। ਔਰ ਹਰ ਇੱਕ ਦੇ ਵਿੱਚ ਹੋ ਸਕਦਾ ਹੈ ਭੁੱਲਣ ਅੰਦਰ ਸਭ ਕੋ। ਇਸ ਲਈ ਗੁਰਬਾਣੀ ਦੀ ਕਸਵੱਟੀ ਤੇ ਪਰਖਣਾ ਔਰ ਯੂਨੀਵਰਸਲ ਟਰੁੱਥ ਤੇ ਪਰਖਣਾ। ਕੂੜ ਕੁਸਤ ਕਮਾਵੰਦੇ, ਪਰ ਨਿੰਦਾ ਸਦਾ ਕਰੇਨ। ਜੋ ਰੱਬੀ ਰਜ਼ਾ ਤੋਂ ਉਲਟ ਨੇ, ਜਿਨ੍ਹਾਂ ਦੇ ਗੁਰੂ ਅਗਿਆਨੀ ਨੇ,
ਔਰ ਜਿਹੜੇ ਸ਼ਿਸ਼ ਵੀ ਅਗਿਆਨਤਾ ਭਰੇ ਕਰਮ ਕਰ ਰਹੇ ਨੇ, ਕੂੜ ਕੁਸੱਤ ਕਮਾਉਂਦੇ, ਇਹਨੂੰ ਕੁਸਤ ਨਹੀਂ ਪੜਨਾ, ਕੁਸੱਤ, ਉਹ ਝੂਠ ਔਰ ਠੱਗੀ ਕਮਾਉਂਦੇ ਨੇ, ਝੂਠ ਬੋਲਦੇ ਨੇ, ਠੱਗੀਆਂ ਮਾਰਦੇ ਨੇ, ਔਰ ਦੂਜਿਆਂ ਦੀ ਨਿੰਦਿਆ ਕਰਦੇ ਨੇ, ਆਪਣੇ ਸਵਾਰਥ ਕਰਕੇ ਦੂਜਿਆਂ ਦੇ ਗੁਣਾਂ ਨੂੰ ਵੀ ਔਗਣ ਬਣਾ ਕੇ ਪੇਸ਼ ਕਰਦੇ ਨੇ। ਤੇ ਐਸੇ ਨਿੰਦਕ, ਐਸੇ ਲੋਕਾਂ ਦਾ ਹਾਲ ਕੀ ਹੁੰਦਾ ਹੈ? ਉਹ ਆਪ ਡੁੱਬੇ ਪਰ ਨਿੰਦਕਾਂ ਸਗਲੇ ਕੁਲ ਡੋਬੇਨ। ਪਰ ਨਿੰਦਕਾ ਦਾ ਮਤਲਬ ਹੈ ਪਰਾਈ ਨਿੰਦਾ ਕਰਨ ਵਾਲੇ। ਕੋਈ ਆਪ ਡੁੱਬੇ ਦਾ ਮਤਲਬ ਆਪ ਡੁੱਬੇ ਹੋਏ ਨੇ। ਸਗਲੇ ਕੁਲ ਡੋਬੇਨ ਦਾ ਮਤਲਬ ਆਪਣੇ ਸਾਰੇ ਕੁੱਲਾਂ ਨੂੰ ਡੋਬ ਲੈਂਦੇ ਨੇ, ਅਗਿਆਨ ਇੰਦਰੀਆਂ ਨੂੰ ਡੋਬ ਲੈਂਦੇ ਨੇ। ਦੂਜਿਆਂ ਦੀ ਨਿੰਦਿਆ ਕਰਨ ਵਾਲੇ ਮਨੁੱਖ ਆਪ ਵੀ ਡੁੱਬਦੇ ਨੇ ਔਰ ਆਪਣੀਆਂ ਸਾਰੀਆਂ ਕੁੱਲਾਂ ਗਰਕ ਕਰ ਲੈਂਦੇ ਨੇ, ਆਪਣੇ ਗਿਆਨ ਇੰਦਰੀਆਂ ਨੂੰ ਡੋਬ ਦਿੰਦੇ ਨੇ। ਪਹਿਲੀ ਗੱਲ, ਗਿਆਨ ਇੰਦਰੀ ਸਾਡੀਆਂ ਇਹ ਕੁੱਲਾਂ ਨੇ, ਅੱਖਾਂ, ਨੱਕ, ਕੰਨ, ਜਿੰਨੇ ਵੀ ਕਰਮ ਨੇ ਉਹ ਸਾਰੇ ਫਿਰ ਅਗਿਆਨਤਾ ਵਾਲੇ ਉਹ ਕਰਦੇ ਨੇ, ਪਰਾਈ ਨਿੰਦਿਆ ਕਰਨ ਵਾਲੇ ਲੋਕ। ਪਹਿਲੀ ਗੱਲ। ਤੇ ਦੂਜੀ ਗੱਲ ਹੈ, ਉਹ ਆਪਣੇ ਵੱਡਿਆਂ ਵਡੇਰਿਆਂ ਵਾਸਤੇ ਵੀ ਉਹਨਾਂ ਦੇ ਮੱਥੇ ਤੇ ਵੀ ਕਲੰਕ ਲਾ ਜਾਂਦੇ ਨੇ, ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਮੱਥੇ ਤੇ ਵੀ ਕਲੰਕ ਲਾ ਜਾਂਦੇ ਨੇ ਕਿ ਇਹਨਾਂ ਦੇ ਵਿੱਚੋਂ ਇੱਕ ਬੰਦਾ ਐਸਾ ਵੀ ਹੋਇਆ ਸੀ। ਬੇਸ਼ੱਕ ਅਗਲੀ ਪੀੜ੍ਹੀ ਸੁਧਰ ਜਾਏ, ਪਰ ਉਹ ਕਲੰਕ ਜਿਹੜਾ ਲਾਣਾ ਹੈ ਬੜਾ ਮੁਸ਼ਕਲ ਹੋ ਜਾਂਦਾ। ਜਿਵੇਂ ਮੈਂ ਗੰਗੂ ਦੀ ਗੱਲ ਆਮ ਕਰਦਾ ਹਾਂ, ਹੁਣ ਉਹ ਕਲੰਕ ਲਵਾ ਬੈਠਾ ਨਾ ਮੱਥੇ ਤੇ, ਔਰ ਲਵਾ ਏਡਾ ਵੱਡਾ ਬੈਠਾ ਕਿ ਜਿਹਨੂੰ ਕਦੇ ਧੋਤਾ ਨਹੀਂ ਜਾ ਸਕਦਾ। ਤਾਂ ਹੁਣ ਆਉਣ ਵਾਲੀਆਂ ਕੁੱਲਾਂ ਜੇ ਕੋਈ ਕਹੇਗਾ ਕਿ ਗੰਗੂ ਸਾਡੇ ਵਿੱਚੋਂ ਸੀ, ਤਾਂ ਉਹ ਤਾਂ ਕਹਿਣਾ ਪਏਗਾ ਵੀ ਤੁਹਾਡੇ ਯਾਰ ਬਜ਼ੁਰਗ ਨੇ ਏਡਾ ਮਾੜਾ ਕਰਮ ਕੀਤਾ ਸੀ। ਉਹ ਕੁੱਲ, ਉਹ ਕਲੰਕ ਉਹਦੇ ਮੱਥੇ ਤੋਂ ਲੈਣ ਵਾਲਾ ਨਹੀਂ ਹੈ, ਨਮੋਸ਼ੀ ਹੋਏਗੀ ਨਾ। ਤੇ ਦੂਜੇ ਪਾਸੇ ਮਲੇਰਕੋਟਲੇ ਵਾਲਾ ਨਵਾਬ ਹੈ, ਤੇ ਜਦੋਂ ਵੀ ਕੋਈ ਗੱਲ ਹੋਏਗੀ ਕਿ ਮਲੇਰਕੋਟਲੇ ਵਾਲਾ ਵੀ ਸਾਡੀ ਕੁੱਲ ਵਿੱਚੋਂ ਸੀ, ਤਾਂ ਲੋਕ ਕਹਿਣਗੇ ਯਾਰ ਤੁਹਾਡਾ ਬਜ਼ੁਰਗ ਸੀ, ਕਿਆ ਬਾਤ। ਬੇਸ਼ੱਕ ਉਹ ਗੁਰੂ ਜੀ ਦਾ ਵਿਰੋਧੀ ਸੀ, ਪਰ ਉਹਨੇ ਇਹ ਚੰਗਾ ਕੰਮ ਕੀਤਾ ਸੀ, ਉਹਨੇ ਹਾਂ ਦਾ ਨਾਰਾ ਮਾਰਿਆ ਸੀ, ਮਾਣ ਮਿਲੇਗਾ ਨਾ। ਤਾਂ ਜਿਹੜੇ ਪਰਾਈ ਨਿੰਦਿਆ ਕਰਨ ਵਾਲੇ ਨੇ, ਜੋ ਕਿਸੇ ਝੂਠੇ ਅਗਿਆਨੀ ਗੁਰੂ ਦੇ ਢੇ ਚੜ ਗਏ ਨੇ, ਉਹ ਫਿਰ ਨਿੰਦਿਆ ਕਰਦੇ ਹੋਏ ਆਪ ਵੀ ਡੁੱਬਦੇ ਨੇ ਔਰ ਆਪਣੀਆਂ ਕੁੱਲਾਂ ਦੇ ਮੱਥੇ ਤੇ ਵੀ ਕਲੰਕ ਲਵਾਉਣ ਦਾ ਕਾਰਨ ਬਣ ਜਾਂਦੇ। ਨਾਨਕ ਜਿਤ ਕੋਈ ਲਾਏ ਤਿਤ ਲੱਗੇ, ਕੋਈ ਬਪੜੇ ਕਿਆ ਕਰੇ। ਜਿਤ ਕੋਈ ਲਾਏ ਦਾ ਮਤਲਬ ਹੁਕਮ ਦੇ ਅੰਦਰ ਜਿੱਧਰ ਉਹ ਲਾਏ ਨੇ ਉਧਰ ਉਹ ਲੱਗੇ ਨੇ, ਉਹ ਵਿਚਾਰੇ ਕੀ ਕਰ ਸਕਦੇ ਨੇ। ਮਤਲਬ ਕਿ ਹੁਕਮ ਹੈ, ਹੁਕਮ ਦੇ ਅੰਦਰ, ਸਿਸਟਮ ਦੇ ਅੰਦਰ ਜਿੱਧਰ ਕੋਈ ਲਾ ਲੇਗਾ ਉਹ ਉਸ ਵੈਸਾ ਹੀ ਬਣ ਜਾਏਗਾ। ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ ਹੈ। ਜੇ ਕੋਈ ਨਿੰਦਾ ਕਰਨ ਦੀ ਆਦਤ ਬਣਾ ਲੇਗਾ ਨਾ, ਔਗਣ ਕੱਢਣ ਦੀ, ਤਾਂ ਇਹ ਸਿਸਟਮ ਹੈ ਕਿ ਉਹਦੇ ਅੰਦਰ ਉਹ ਨਿਊਰੋਨਲ ਪੈਟਰਨ ਬਣ ਜਾਣਾ ਹੈ, ਉਹਦਾ ਸੁਭਾਅ ਬਣ ਜਾਏਗਾ ਤੇ ਉਹ ਫਿਰ ਇਹ ਕੰਮ ਲਗਾਤਾਰ ਕਰਦਾ ਰਹੇਗਾ। ਇਹਦੇ ਵਿੱਚ ਕੁਝ ਕੀਤਾ ਨਹੀਂ ਜਾ ਸਕਦਾ, ਬਦਲਾਵ ਨਹੀਂ ਕੀਤਾ ਜਾ ਸਕਦਾ, ਕਿਉਂਕਿ ਨੇਮ ਹੈ, ਇਹ ਸਿਸਟਮ ਹੈ ਕਿ ਜੈਸਾ ਬੀਜ ਬੀਜੋਗੇ ਵੈਸਾ ਉਗਦਾ ਜਾਏਗਾ, ਫਲ ਲੱਗਦਾ ਜਾਏਗਾ। ਦੂਜੇ ਪਾਸੇ ਸਿਸਟਮ ਹੈ ਕਿ ਜੇ ਕੋਈ ਪੋਜ਼ਿਟਿਵ ਸੋਚਦਾ ਹੈ, ਗੁਣਾਂ ਬਾਰੇ ਸੋਚਦਾ ਹੈ, ਚੰਗਾ ਸੋਚਦਾ ਹੈ, ਤਾਂ ਉਹਦੇ ਅੰਦਰ ਪੋਜ਼ਿਟਿਵ ਜਾਂ ਚੰਗੇ ਗੁਣਾਂ ਵਾਲਾ ਨਿਊਰੋਨਲ ਪੈਟਰਨ ਬਣ ਜਾਏਗਾ। ਇਸ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜੇ ਚੰਗਾ ਸੋਚੋਗੇ ਤੇ ਚੰਗਾ ਹੀ ਬਣੇਗਾ। ਇਹ ਦੋਵਾਂ ਥਾਵਾਂ ਤੇ ਪੱਕਾ ਲਾਗੂ ਹੈ। ਇਸ ਲਈ ਫੈਸਲਾ ਸਾਨੂੰ ਆਪ ਕਰਨਾ ਪੈਣਾ ਕਿ ਅਸੀਂ ਕੀ ਬੀਜਣਾ ਹੈ। ਇਹ ਨਹੀਂ ਕਿ ਜ਼ਮੀਨ ਨੂੰ 5-7 ਵਾਰੀ ਵਾਹ ਕੇ ਤੇ ਤੁਹਾਡਾ ਇਰਾਦਾ ਹੈ ਕਿ ਕਣਕ ਉੱਗੇ ਤੇ ਜਾ ਕੇ ਜਿਹੜਾ ਮਰਜ਼ੀ ਛੱਟਾ ਦੇ ਆਵੋ, ਸਰੋਂ ਦਾ ਛੱਟਾ ਦੇ ਆਵੋ, ਤੇ ਤੁਸੀਂ ਕਹੋ ਇੱਥੇ ਕਣਕ ਉੱਗੇਗੀ ਕਿਉਂਕਿ ਕਣਕ ਦਾ ਸੀਜ਼ਨ ਹੈ। ਤਾਂ ਕਣਕ ਨਹੀਂ ਉੱਗਣੀ, ਜ਼ਮੀਨ ਨੇ ਸਰੋਂ ਪੈਦਾ ਕਰਨੀ ਹੈ। ਇਹ ਸਿਸਟਮ ਨੂੰ ਕੋਈ ਚੇਂਜ ਨਹੀਂ ਕਰ ਸਕਦਾ। ਜੇ ਕਣਕ ਬੀਜੋਗੇ ਤੇ ਕਣਕ ਉੱਗੇਗੀ, ਕਿੱਕਰ ਬੀਜੋਗੇ ਕਿੱਕਰ, ਅੰਗੂਰ ਬੀਜੋਗੇ ਅੰਗੂਰ। ਇਹ ਨਿਯਮ ਹੈ। ਕਿੱਕਰਾਂ ਤੋਂ ਅੰਗੂਰਾਂ ਦੇ ਬੀਜ ਨਹੀਂ, ਇਹ ਫਲ ਨਹੀਂ ਖਾਦੇ ਜਾ ਸਕਦੇ। ਲੋੜੇ ਰਾਖ ਬਿਜੋਰੀਆਂ ਕਿੱਕਰ ਬੀਜੇ ਜੱਟ, ਹੰਡੇ ਉਨ ਕਤਾਏ ਦਾ ਪੈਂਦਾ ਲੋੜੇ ਪੱਟ। ਇਸੇ ਤਰ੍ਹਾਂ ਸਾਡਾ ਦਿਮਾਗ, ਸਬਕੌਂਸ਼ੀਅਸ ਮਾਈਂਡ, ਇਹਦੇ ਅੰਦਰ ਜੋ ਬੀਜੋਗੇ ਉਹਨੇ ਉਹ ਚੀਜ਼ ਪੈਦਾ ਕਰਨੀ ਹੈ। ਜੇ ਨਿੰਦਾ ਦੇ ਬੀਜ ਬੀਜੋਗੇ ਤਾਂ ਤੁਹਾਨੂੰ ਨਿੰਦਕ ਬਣਾ ਦੇਗਾ। ਜੇ ਪੋਜ਼ਿਟਿਵ ਬੀਜ ਬੀਜੋਗੇ ਤੁਹਾਨੂੰ ਪੋਜ਼ਿਟਿਵ ਸਕਾਰਾਤਮਕ ਸੋਚ ਵਾਲਾ ਬਣਾ ਦੇਵੇਗਾ। ਪੌੜੀ ਸਭ ਨਦਨੀ ਅੰਦਰ ਰੱਖਦਾ ਜੇਤੀ ਸਿਸ਼ਟ ਸਭ ਕੀਤੀ। ਸਿਸ਼ਟ ਦਾ ਮਤਲਬ ਸ੍ਰਿਸ਼ਟੀ। ਪ੍ਰਭੂ ਨੇ ਜਿੰਨੀ ਵੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਰੀ ਨੂੰ ਆਪਣੀ ਨਜ਼ਰ ਥੱਲੇ ਰੱਖ ਰਿਹਾ ਹੈ। ਉਹਦੀ ਨਜ਼ਰ ਤੋਂ ਬਾਹਰ ਕੋਈ ਨਹੀਂ ਹੈ। ਤੇ ਇਹ ਚੀਜ਼ ਸਮਝ ਲੈਣਾ। ਇਹਦਾ ਮਤਲਬ ਇਹ ਨਹੀਂ ਕਿ ਰੱਬ ਕਿਤੇ ਉੱਤੇ ਆਕਾਸ਼ ਵਿੱਚ ਬਹਿ ਕੇ ਤੇ ਸਾਰੀਆਂ ਚੀਜ਼ਾਂ ਨੂੰ ਹਰ ਵੇਲੇ ਵੇਖਦਾ ਰਹਿੰਦਾ। ਰੱਬ ਦਾ ਹੁਕਮ ਨਜ਼ਰ ਦੇ ਅੰਦਰ ਰੱਖ ਰਿਹਾ ਹੈ।
ਹੁਕਮ ਦੇ ਵਿੱਚ ਹੈ ਸਾਰੀ ਚੀਜ਼। ਸਭ ਨਦਰੀ ਅੰਦਰ ਰੱਖਦਾ ਦਾ ਮੀਨਿੰਗ ਹੁਕਮ ਦੇ ਅੰਦਰ ਰੱਖ ਰਿਹਾ ਹੈ। ਜਿੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਨਾ, ਉਹਨੂੰ ਰੱਬ ਆਪਣੀ ਨਦਰੀ ਅੰਦਰ ਰੱਖਦਾ ਦਾ ਮਤਲਬ ਹੁਕਮ ਦੇ ਅੰਦਰ ਰੱਖ ਰਿਹਾ ਹੈ। ਹੁਕਮ ਤੋਂ ਬਾਹਰ ਕੁਝ ਨਹੀਂ ਹੈ। ਹੁਕਮ ਤੋਂ ਬਾਹਰ ਕੁਝ ਵੀ ਨਹੀਂ ਹੈ। ਇੱਕ ਕੂੜ ਕੁਸਤ ਲਾਇਨ ਮਨਮੁਖ ਵਿਗੂਤੀ। ਕੁਸੁੱਤ ਹੈ ਕੁਸਤ ਦਾ ਮਤਲਬ ਝੂਠ, ਇੱਕ ਦਾ ਮਤਲਬ ਕਈ ਜੀਵਾਂ ਨੂੰ, ਤੇ ਵਿਗੂਤੀ ਦਾ ਮਤਲਬ ਵਿਗੁੱਤੇ ਨੇ, ਖੁਆਰ ਹੋ ਗਏ ਨੇ। ਕਈ ਜੀਵਾਂ ਨੂੰ ਝੂਠ ਤੇ ਠੱਗੀ ਵਿੱਚ ਲਾ ਰੱਖਿਆ ਹੈ ਹੁਕਮ ਦੇ ਅੰਦਰ, ਤੇ ਉਹ ਜੀਵ ਮਨ ਦੇ ਪਿੱਛੇ ਤੁਰ ਕੇ ਖੁਆਰ ਹੋ ਰਹੇ ਨੇ। ਮਨਮੁਖ ਨੇ, ਆਪ ਖੁਦਰੇ ਨੇ, ਕੂੜ ਕੁਸੱਤ ਵਿੱਚ ਉਹ ਲੱਗੇ ਨੇ ਤੇ ਖੁਆਰ ਹੋ ਰਹੇ ਨੇ। ਤਾਂ ਇਹ ਨਿਯਮ ਹੈ ਰੱਬ ਦਾ, ਕੁਦਰਤ ਦਾ ਨੇਮ ਹੈ, ਹੁਕਮ ਹੈ, ਸਿਸਟਮ ਹੈ ਕਿ ਜੋ ਕੂੜ ਕੁਸੱਤ ਕਮਾਏਗਾ ਉਹ ਖੁਆਰ ਹੋਏਗਾ ਹੀ ਹੋਏਗਾ। ਇਸ ਸਿਸਟਮ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਜਿਹੜਾ ਸੱਚ ਦੇ ਅੰਦਰ ਚਲੇਗਾ, ਜੋ ਚੰਗੇ ਕਰਮ ਕਰੇਗਾ, ਉਹ ਬੰਦਾ ਸੁਖੀ ਔਰ ਸ਼ਾਂਤ ਰਹੇਗਾ। ਤਾਂ ਗੁਰੂ ਜੀ ਕਹਿੰਦੇ ਨੇ ਕਈ ਇੱਕ ਐਸੇ ਨੇ ਜੋ ਆਪ ਹੁਦਰੇ ਨੇ, ਉਹਨਾਂ ਨੂੰ ਕੂੜ ਕੁਸੱਤ ਵਿੱਚ ਲਗਾਇਆ ਹੈ ਔਰ ਉਹ ਖੁਆਰ ਹੋ ਗਏ। ਗੁਰਮੁਖ ਸਦਾ ਧਿਆਈਐ ਅੰਦਰ ਹਰ ਪ੍ਰੀਤੀ। ਗੁਰਮੁਖ ਦਾ ਮਤਲਬ ਗੁਰੂ ਦੇ ਜ਼ਰੀਏ। ਜੋ ਮਨੁੱਖ ਗੁਰੂ ਦੇ ਹੁਕਮ ਵਿੱਚ ਤੁਰਦੇ ਨੇ ਉਹ ਸਦਾ ਪ੍ਰਭੂ ਨੂੰ ਯਾਦ ਰੱਖਦੇ ਨੇ, ਕਿਉਂਕਿ ਅੰਦਰ ਹਰ ਪ੍ਰੀਤੀ, ਕਿਉਂਕਿ ਉਹਨਾਂ ਦੇ ਅੰਦਰ ਹਰੀ ਦੀ ਪ੍ਰੀਤ ਹੈ, ਉਹਨਾਂ ਦੇ ਅੰਦਰ ਹਰੀ ਦਾ ਪਿਆਰ ਹੈ। ਤੇ ਗੁਰੂ ਦੇ ਦੱਸੇ ਰਾਹ ਤੇ ਤੁਰਨ ਵਾਲਿਆਂ ਦੇ ਅੰਦਰ ਹਰੀ ਦਾ ਪਿਆਰ ਹੈ, ਇਸ ਲਈ ਉਹ ਹਰੀ ਨੂੰ ਸਿਮਰ ਰਹੇ ਨੇ, ਉਹ ਰੱਬੀ ਗੁਣਾਂ ਨੂੰ ਯਾਦ ਰੱਖ ਰਹੇ ਨੇ, ਉਹ ਰੱਬੀ ਰਜ਼ਾ ਦੇ ਅੰਦਰ ਚੱਲ ਰਹੇ ਨੇ, ਉਹ ਹਰ ਥਾਂ ਤੇ ਰੱਬ ਨੂੰ ਵੇਖ ਰਹੇ ਨੇ, ਕਿਉਂਕਿ ਉਹਨਾਂ ਦੀ ਸੋਚ ਦੇ ਅੰਦਰ ਪ੍ਰੀਤ ਹੈ। ਤਾਂ ਇਹ ਸਿਸਟਮ ਹੈ ਨਾ, ਹੁਕਮ ਹੈ, ਜਿਹੜਾ ਸੋਚ ਦੇ ਅੰਦਰ ਸੱਚ ਨੂੰ ਵਸਾ ਲਏਗਾ, ਜਿਹੜਾ ਇਹ ਫੀਲ ਕਰੇਗਾ ਕਿ ਚੁਫੇਰੇ ਪ੍ਰਭੂ ਇਹ ਤੇ ਉਹਨੂੰ ਦਿਸੇਗਾ। ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ। ਸਪੀਤੀ, ਇੱਥੇ ਸਪੀਤੀ ਦਾ ਮਤਲਬ ਹੈ ਸਿਫਤ। ਸਪੀਤੀ ਦਾ ਮੀਨਿੰਗ ਸਿਫਤ। ਵਾਤ ਦਾ ਮਤਲਬ ਹੈ ਮੂੰਹ ਵਿੱਚ, ਜ਼ਬਾਨ ਤੇ। ਵਾਤ ਦਾ ਮਤਲਬ ਮੂੰਹ ਵਿੱਚ, ਜ਼ਬਾਨ ਤੇ। ਪੋਤੇ ਦਾ ਮਤਲਬ ਪੱਲੇ। ਪੁੰਨ ਦਾ ਮਤਲਬ ਨੇਕੀਆਂ। ਜਿਨ੍ਹਾਂ ਦੇ ਪੱਲੇ ਨੇਕੀ ਹੈ ਉਹਨਾਂ ਦੀ ਜ਼ਬਾਨ ਦੇ ਅੰਦਰ ਸਿਫਤ ਸਲਾਹ ਹੈ। ਪੱਲੇ ਦਾ ਮਤਲਬ ਜਿਨ੍ਹਾਂ ਦੀ ਸੋਚ ਦੇ ਅੰਦਰ ਨੇਕੀਆਂ ਨੇ, ਸ਼ੁਭ ਗੁਣ ਨੇ, ਉਹਨਾਂ ਦੀ ਜ਼ਬਾਨ ਦੇ ਉੱਤੇ ਵੀ ਸਿਫਤ ਸਲਾਹ ਹੈ, ਕਿਉਂਕਿ ਜ਼ਬਾਨ ਤੇ ਉਹੀ ਚੀਜ਼ ਆਉਣੀ ਹੈ ਜੋ ਅੰਦਰ ਹੈ। ਅੰਦਰ ਕਮਾਣਾ ਸਰ ਪਰ ਉਗੜੇ, ਜੋ ਅੰਦਰ ਹੋਏਗਾ ਉਹ ਬਾਹਰ ਪ੍ਰਗਟ ਹੋਏਗਾ। ਤਾਂ ਜਿਨ੍ਹਾਂ ਦੇ ਪੱਲੇ, ਜਿਨ੍ਹਾਂ ਦੇ ਸੋਚ ਅੰਦਰ ਨੇਕੀਆਂ ਨੇ, ਉਹਨਾਂ ਦੀ ਜ਼ਬਾਨ ਦੇ ਉੱਤੇ ਪ੍ਰਭੂ ਪ੍ਰਮਾਤਮਾ ਦੀ ਸਿਫਤ ਸਲਾਹ ਹੈ, ਰੱਬੀ ਗੁਣ ਨੇ। ਨਾਨਕ ਨਾਮ ਧਿਆਈਐ ਸੱਚ ਸਿਫਤ ਸੁਨਾਈ। ਸੁਨਾਈ ਦਾ ਮਤਲਬ ਹੈ ਵਡਿਆਈ। ਇਸ ਲਈ ਨਾਮ ਧਿਆਈਐ, ਧਿਆਈਐ ਦਾ ਮਤਲਬ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਯਾਦ ਰੱਖਣਾ ਚਾਹੀਦਾ ਹੈ। ਨਾਮ ਦਾ ਮਤਲਬ ਹੁਕਮ। ਇਸ ਲਈ ਪ੍ਰਭੂ ਦੇ ਹੁਕਮ ਨੂੰ ਆਪਣੀ ਯਾਦ ਵਿੱਚ ਰੱਖਣਾ ਚਾਹੀਦਾ ਹੈ। ਚੀਜ਼ ਯਾਦ ਰਹਿਣੀ ਚਾਹੀਦੀ ਹੈ ਕਿ ਮੈਂ ਹੁਕਮ ਵਿੱਚ ਤੁਰਨਾ ਹੈ। ਸੱਚ ਸਿਫਤ ਸੁਨਾਈ, ਤੇ ਪ੍ਰਭੂ ਦੀ ਹਮੇਸ਼ਾ ਜੋ ਕਾਇਮ ਰਹਿਣ ਵਾਲੀ ਸਿਫਤ ਸਲਾਹ ਹੈ ਉਹਨੂੰ ਯਾਦ ਰੱਖਣਾ ਚਾਹੀਦਾ ਹੈ। ਇੱਕ ਤਾਂ ਯਾਦ ਰੱਖਣਾ ਹੈ ਕਿ ਮੈਂ ਰੱਬੀ ਰਜ਼ਾ ਵਿੱਚ ਤੁਰਨਾ ਹੈ, ਤੇ ਦੂਜਾ ਯਾਦ ਰੱਖਣਾ ਹੈ ਕਿ ਮੈਂ ਹਮੇਸ਼ਾ ਰੱਬ ਦੀ ਸਿਫਤ ਸਲਾਹ ਕਰਨੀ ਹੈ, ਪੋਜ਼ਿਟਿਵ ਸੋਚਣਾ ਹੈ, ਸਕਾਰਾਤਮਕ ਬੋਲਣਾ ਹੈ, ਸਕਾਰਾਤਮਕ ਕਰਨਾ ਹੈ, ਮੈਂ ਗੁਣਾਂ ਦੇ ਧਾਰਨੀ ਹੋਣਾ ਹੈ। ਇਸ ਲਈ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਕਿ ਹਮੇਸ਼ਾ ਹੀ ਸਾਨੂੰ ਪ੍ਰਭੂ ਦੇ ਹੁਕਮ ਨੂੰ ਯਾਦ ਰੱਖਣਾ ਚਾਹੀਦਾ ਹੈ, ਔਰ ਜੋ ਰੱਬੀ ਰਜ਼ਾ ਹੈ ਉਹਦੇ ਵਿੱਚ ਤੁਰਨਾ ਚਾਹੀਦਾ ਹੈ, ਔਰ ਪ੍ਰਭੂ ਦੀ ਜੋ ਸਿਫਤ ਸਲਾਹ ਹੈ ਉਹ ਪ੍ਰਭੂ ਦੀ ਸਿਫਤ ਸਲਾਹ ਸਾਨੂੰ ਹਮੇਸ਼ਾ ਹੀ ਕਰਨੀ ਚਾਹੀਦੀ ਹੈ। ਤਾਂ ਅੱਜ ਦੀ ਜੋ ਵਿਚਾਰ ਹੈ ਉਹ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਛੋਟਾ ਮੋਟਾ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਜੇ ਕਿਸੇ ਵੀਰ ਭੈਣ ਨੇ ਆਪਣੀ ਕੋਈ ਵਿਚਾਰ ਦੇਣੀ ਹੈ ਤਾਂ ਉਹ ਅਨਮਿਊਟ ਹੋ ਕੇ ਆਪਣੀ ਵਿਚਾਰ ਦੇ ਸਕਦੇ ਹੋ। ਕਲਾਸ ਦੀ ਅਗਲੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।